ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਅਖਾੜਾ ਭਖਿਆ ਹੋਇਆ ਤੇ ਲਗਾਤਾਰ ਜੰਗੀ ਪੱਧਰ ਤੇ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਇਸ ਵੇਲੇ ਅਸੀਂ ਮੌਜੂਦ ਹਾਂ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਮੌਜੂਦ ਹੈ ਨਿਹੋਲਕਾ ਪਿੰਡ ਦੇ ਵਿੱਚ ਕਿਵੇਂ ਜੇ ਹਾਲਾਤ ਨੇ, ਪਿੰਡਾਂ ਦੇ ਲੋਕ ਕੀ ਸੋਚਦੇ ਨੇ ਤੇ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਹੈ ਕਿ ਵਿਕਾਸ ਹੋਇਆ ਹੈ ਜਾਂ ਨਹੀਂ, ਕਿਉਂਕਿ ਚੋਣਾਂ ਦੇ ਦੌਰਾਨ तमाम पार्टियां दे लीडर ने ਉਹ ਪਿੰਡਾਂ ਦਾ ਜਾਂ ਹੋਰ ਹਲਕਿਆਂ ਦਾ ਦੌਰਾ ਕਰਦੇ ਨੇ ਤਾਂ ਦੱਸਦੇ ਨੇ ਕਿ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਵੇਗੀ ਤਾਂ ਇਹ ਕੀਤਾ ਜਾਵੇਗਾ। ਹਾਲਾਂਕਿ ਜਿਹੜੇ ਸੱਤਾ ਦੇ ਵਿੱਚ ਹੁੰਦੇ ਨੇ ਉਹ ਵਿਕਾਸ ਦੀਆਂ ਗੱਲਾਂ ਕਰਦੇ ਹੋਏ ਨਜ਼ਰ ਆਉਂਦੇ ਨੇ। ਤੇ ਹੁਣ ਦਿਖਾਉਂਦੇ ਆ ਨਿਹੋਲਕੇ ਹਲਕੇ ਦਾ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਤੇ ਇੱਥੋਂ ਦੇ ਲੋਕ ਕੀ ਕਹਿੰਦੇ ਨੇ, ਕੀ ਸੋਚਦੇ ਨੇ। बाबा जी सत श्री अकाल, की हाल है बाबा जी? ठीक है जी। ऐसे पिंड दे हो तुसी? नहीं नहीं, ये तो बहुत दूर से है। बहुत दूर तो आए हो? बहुत दूर तो आए ने जी। ਇੱਥੇ ਕੁਝ ਬਜ਼ੁਰਗ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ, ਕਿਉਂਕਿ ਇਹ ਇੱਕ ਕਿਸਮ ਦੀ ਸੱਥ ਵੀ ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸੱਥ ਦੇ ਵਿੱਚ ਅਕਸਰ ਹੀ ਚਰਚਾਵਾਂ ਚੱਲਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਔਰ ਕਿਹੜੀ ਪਾਰਟੀ ਜਿਹੜੀ ਹੈ ਉਹ ਅੱਗੇ ਜਾ ਰਹੀ ਹੈ, ਕਿਹੜੀ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਪਾਰਟੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ। ਇਹ तमाम ਗੱਲਾਂ ਜਦੋਂ ਆਪਸ ਦੇ ਵਿੱਚ ਪਿੰਡ ਵਾਲੇ ਬੈਠਦੇ ਨੇ, ਭਾਵੇਂ ਉਹ ਤਾਸ਼ ਵੀ ਖੇਲਦੇ ਹੋਏ ਨਜ਼ਰ ਆਉਂਦੇ ਨੇ, ਪਰ ਇਹ ਡਿਸਕਸ਼ਨ ਅਕਸਰ ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਜ਼ੁਰਗੋ। ਸਤਿ ਸ਼੍ਰੀ ਅਕਾਲ ਜੀ। ਅੱਛਾ, ਹੁਣ ਪਿੰਡ ਦੇ ਵਿੱਚ ਕਿਵੇਂ ਜਿਹਾ ਮਾਹੌਲ ਹੈਗਾ? ਹੁਣ ਤਾਂ ਸਾਰੀ ਪਾਰਟੀਆਂ ਦੇ ਲੀਡਰ ਆ ਰਹੇ ਹੋਣੇ, ਕਹਿੰਦੇ ਹੋਣੇ ਵੀ ਅਸੀਂ ਆਹ ਕਰਾ ਦਾਂਗੇ, ਉਹ ਕਰਾ ਦਾਂਗੇ। ਦੇਖੋ ਜੀ, ਵਾਅਦੇ ਤਾਂ ਬਹੁਤ ਸਰਕਾਰਾਂ ਕਰਦੀਆਂ, ਉਹਦੇ ਵਿੱਚ ਸਰਕਾਰ ਕੁਛ ਕਹਿੰਦੀ ਆ ਤੇ ਜਿਹੜੇ ਹੁਣ ਦੇ ਕੈਂਡੀਡੇਟ ਉਹ ਕੁਛ ਕਹਿੰਦੇ ਆ। ਬੜਬੜੀਆਂ ਤੇ ਨਾ ਕੋਈ ਗੱਲਾਂ ਕਰ ਰਹੇ ਆ, ਪਰ ਜਿਹੜਾ ਪਿੰਡਾਂ ਦਾ ਵਿਕਾਸ ਆ ਇਹ ਥੋੜਾ ਜਿਹਾ ਘੱਟੇ ਹੁੰਦਾ। ਕਿਉਂ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਜਦ ਇਹ ਹੁਣ ਵੋਟਾਂ ਦਾ ਟਾਈਮ ਆ, ਇਲੈਕਸ਼ਨ ਸਾਰਿਆਂ ਨੂੰ ਇਹ ਪਤਾ ਵੀ ਇਲੈਕਸ਼ਨ ਆ ਰਹੇ ਆ, 20 ਤਰੀਕ ਦੇ ਇਲੈਕਸ਼ਨ ਆ। ਇਹਨਾਂ ਨਾਲ ਬੜੇ ਤੇ ਨਾ ਸਾਡੇ ਨਾਲ ਵਾਅਦੇ ਕਰਨੇ ਆ, ਔਰ ਵਾਅਦੇ ਫਿਰ ਇਹਨਾਂ ਦੇ ਪੂਰੇ ਨਹੀਂ ਹੁੰਦੇ ਹੈਗੇ। ਕਿਉਂ? ਇਸ ਟਾਈਮ ਆਏ ਪਿਛਲੇ 5 ਸਾਲਾਂ ਵਿੱਚ ਸਾਨੂੰ ਕੋਈ ਐਡਾ ਬੜਾ ਹੰਗਾਰਾ ਨਹੀਂ ਮਿਲਿਆ ਹੈਗਾ ਆਪਣਾ ਸਰਕਾਰ ਵੱਲੋਂ। ਹੰਗਾਰਾ ਮਿਲਦਾ ਅਸੀਂ ਦੱਸਦੇ ਵੀ ਹਾਂ ਵੀ ਸਾਨੂੰ ਆਹ ਕੁਛ ਮਿਲਿਆ, ਪਰ ਸਰਕਾਰ ਤਾਂ ਇਹ ਕਹਿੰਦੀ ਰਹੀ ਆ, ਉਹਨਾਂ ਦੇ ਲੀਡਰ ਵੀ ਹੁਣ ਤੱਕ ਇਹੀ ਕਹਿੰਦੇ ਰਹੇ ਅਸੀਂ ਤਾਂ ਵਿਕਾਸ ਹੀ ਬਹੁਤ ਕਰਵਾਇਆ। ਉਹ ਤਾਂ ਤੁਹਾਡੇ ਸਾਹਮਣੇ ਹੀ ਜੀ ਹੋਇਆ ਵਾ, ਉਹ ਤਾਂ ਤੁਹਾਡੇ ਸਾਹਮਣੇ ਹੀ ਹੋ ਰਿਹਾ, ਤੁਸੀਂ ਦੇਖ ਰਹੇ ਆ ਵੀ ਵਿਕਾਸ ਕਿੱਡਾ ਕੁ ਬੜਾ ਕਰਵਾਇਆ। ਠੀਕ ਆ, ਪੰਚਾਇਤ ਆ ਸੇਵਾਦਾਰ ਹੁੰਦੀ ਆ, ਜਿੱਕਣ ਸਰਕਾਰ ਦਿੰਦੀ ਆ ਉਸ ਤਰ੍ਹਾਂ ਸੇਵਾ ਕਰ ਦਿੰਦੀ ਆ ਨਗਰ ਦੀ, ਪਰ ਆ ਵੀ ਬਹੁਤਾ ਨਹੀਂ, ਮੈਂ ਨਹੀਂ ਕਹਿ ਸਕਦਾ ਵੀ ਬਹੁਤਾ ਐਡਾ ਬੜਾ ਸਾਨੂੰ ਸਾਡੇ ਪਿੰਡ ਨੂੰ ਹੰਗਾਰਾ ਨਹੀਂ ਮਿਲਿਆ ਹੈ। ਹੁਣ ਇੱਥੋਂ ਜੇ ਗੱਲ ਕੀਤੀ ਜਾਵੇ ਖਰੜ ਵਿਧਾਨ ਸਭਾ ਹਲਕੇ ਤੋਂ ਵਿਜੇ ਸ਼ਰਮਾ ਟਿੰਕੂ ਨੂੰ ਟਿਕਟ ਮਿਲੀ ਹੈ। ਕੰਗ ਇੱਥੋਂ ਪਹਿਲਾਂ ਚੋਣ ਲੜਦੇ ਰਹੇ ਨੇ, ਹਾਰ ਵੀ ਗਏ ਸੀ। ਕਿਵੇਂ ਜੇ ਇਨਸਾਨ ਨੇ, ਤੁਸੀਂ ਜਾਣਦੇ ਹੋ ਉਹਨਾਂ ਨੂੰ, ਕਦੀ ਮਿਲੇ ਹੋ? ਕਿਹਨਾਂ ਨੂੰ ਜੀ? ਵਿਜੇ ਸ਼ਰਮਾ ਟਿੰਕੂ ਜਿਨ੍ਹਾਂ ਨੂੰ ਟਿਕਟ ਮਿਲੀ ਕਾਂਗਰਸ ਵੱਲੋਂ। ਹਾਂਜੀ ਹਾਂ, ਮੈਂ ਉਹਨਾਂ ਨੂੰ ਜਾਣਦਾ। ਇੱਥੇ ਵੀ ਸਾਡੇ ਕੋਲ ਆਏ ਆ, ਸਾਡੇ ਕੋਲ ਚੈੱਕ ਸਕੂਲ ਦਾ ਦੇ ਕੇ ਗਏ 1 ਲੱਖ ਰੁਪਏ ਦਾ। ਜਣੀ ਉਹਨਾਂ ਦਾ ਸੁਭਾਅ ਤੇ ਮੈਂ ਕਹਿੰਦਾ ਵੀ ਇਹੋ ਜਿਹੇ ਇਨਸਾਨ ਆਉਣੇ ਚਾਹੀਦੇ ਆ ਸਰਕਾਰ ਵਿੱਚ, ਜਿਹੜੇ ਪਿੰਡਾਂ ਦੀ ਸੋਚ ਔਰ ਪਿੰਡਾਂ ਨੂੰ ਦੇਖਾ ਔਰ ਪਿੰਡਾਂ ਦਾ ਕੰਮ ਕਰਾਵਾ। ਲੋਕ ਮਤਲਬ ਉਹਦੇ ਪੱਖੀ ਜ਼ਿਆਦਾ ਨੇ। ਹਾਂ, ਉਹ ਤਾਂ ਫਿਰ ਹੋਊਗਾ ਜੀ ਪੱਕਾ, ਜਿਹੜਾ ਬੰਦਾ ਚੰਗਾ ਹੋਊਗਾ ਉਹ ਤਾਂ ਫਿਰ ਚੰਗਾ ਹੀ ਹੁੰਦਾ। ਪਰ ਕੰਗ ਮਾੜਾ ਸੀ ਜਗਮੋਹਨ ਸਿੰਘ? ਕੰਗ ਨੂੰ ਵੀ ਨਹੀਂ ਕਹਿੰਦਾ ਹੈਗਾ ਮੈਂ, ਕੰਗ ਸਾਹਿਬ ਨੂੰ ਵੀ ਨਹੀਂ ਕਹਿੰਦੇ ਹੈਗੇ। ਕਿਉਂ? ਸਾਡੇ ਉਹ ਸਾਡੇ ਕੰਗ ਸਾਹਿਬ ਤਾਂ ਮੁੜ ਕੇ ਆਏ ਨਹੀਂ ਜੀ। ਹਾਂ ਜੀ, ਵੋਟਾਂ ਲੈ ਕੇ ਚਲੇ ਗਏ, ਪਹਿਲਾਂ ਮੁੜ ਕੇ ਆਏ ਨਹੀਂ ਹੈਗੇ। ਉਹ ਤਾਂ ਕਹਿੰਦੇ ਆ ਮੈਂ ਤਾਂ ਥਾਂ ਤੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਮਿਲਦਾ। ਉਹਦਾ ਮੁੰਡਾ ਆਇਆ ਕਰਦਾ ਕਦੇ ਜੀ, ਉਹ ਤਾਂ ਆਏ ਨਹੀਂ ਮੁੜ ਕੇ। ਕੰਗ ਸਾਹਿਬ ਨਹੀਂ ਆਏ ਜੀ। ਹਾਂਜੀ, ਬਣ ਕੇ ਵੀ ਗਏ ਆ ਜੀ, ਪਰ ਉਹਨਾਂ ਨੇ ਮੁੜ ਕੇ ਸਾਰੇ ਲਿੱਤੇ ਸਾਡੇ। ਹਾਂਜੀ, ਬਿਲਕੁਲ ਨਹੀਂ ਲਿੱਤੇ ਹੈਗੇ। ਤਾਂ ਹੀ ਇਹੀ ਕਾਰਨ ਹੈਗਾ ਵੀ ਕੰਗ ਨੂੰ ਟਿਕਟ ਨਹੀਂ ਮਿਲੀ। ਕੀ ਕਹੋਗੇ ਬਜ਼ੁਰਗੋ? ਦੇਖੋ ਜੀ, ਕੰਗ ਸਾਹਿਬ ਨੇ ਹੁਣ ਤੱਕ 1992 ਦੇ ਲੈ ਕੇ ਹੁਣ ਤੱਕ ਬਹੁਤ ਵਧੀਆ ਕੰਮ ਕਰੇ ਆ ਪੂਰੇ ਇਲਾਕੇ ਦੇ ਵਿੱਚ। ਲੇਕਿਨ ਜਾਂ ਸਮਝ ਲਓ ਵੀ ਜ਼ਿਆਦਾ ਚਿਰ ਹੋਣ ਕਰਕੇ, ਜਾਂ ਕੋਈ ਉਸ ਦੇ ਵਿੱਚ ਵਿਰੋਧਤਾ ਜਾਂ ਕੁਛ ਵੀ, ਜਾਂ ਉਹਦਾ ਬੋਲਣੇ ਠੀਕ ਨਹੀਂ। ਜੇ ਇੱਕ ਇਲੈਕਸ਼ਨ 'ਚੋਂ ਹਾਰ ਵੀ ਗਏ ਤਾਂ ਜੋ ਪਿੰਡ ਇਲਾਕੇ ਦੇ ਨੌਜਵਾਨ ਵੀਰ ਆ, ਉਹਨਾਂ ਨੂੰ ਹਰ ਇੱਕ ਜਗ੍ਹਾ ਜਾ ਕੇ ਜਿੱਥੇ ਉਹਨਾਂ ਨੇ ਮੀਟਿੰਗ ਕਰਨੀ ਆਪਣੇ,
ਉਹਨਾਂ ਨੂੰ ਮੰਡੀਰ ਦੱਸਣਾ ਵੀ ਸਾਨੂੰ ਇਹ ਮੰਡੀਰ ਨਾ ਹਰਾਇਆ। ਲੇਕਿਨ ਇਸ ਕਰਕੇ ਤੇ ਜੋ ਹੁਣ ਬਜ਼ੁਰਗ ਲੋਕ ਆ ਉਹ ਵੀ ਇਹ ਸੋਚਦੇ ਆ ਔਰ ਬੱਚਿਆਂ ਦੀ ਇਹ ਗੱਲ ਵੀ ਸੁਣਦੇ ਆ ਪਿੰਡਾਂ ਦੇ ਵਿੱਚ ਕਿ ਜਦੋਂ ਉਹ ਕਹਿੰਦੇ ਆ ਵੀ ਸਾਡੀ ਵਿਰੋਧਤਾ ਕਰਦਾ ਤੇ ਅਸੀਂ ਵਿਰੋਧਤਾ ਕਰੂੰਗੇ ਉਹਨਾਂ ਦੀ। ਕੰਮ ਵਧੀਆ ਕਰੇ ਆ ਜੀ ਉਹਨਾਂ ਨੇ, ਅਸੀਂ ਮਾੜਾ ਨਹੀਂ ਕਹਿੰਦੇ। ਔਰ ਮੈਂ ਖੁਦ ਬਲਾਕ ਸੰਮਤੀ ਮੈਂਬਰ ਆ ਜੀ ਹਰਨੇਕ ਸਿੰਘ ਨਿਹੋਲਕਾ। ਕੌਣ ਜੀ? ਮੈਂ ਮੌਕੇ ਦਾ ਹਾਂਜੀ, ਮੌਜੂਦਾ ਬਲਾਕ ਸੰਮਤੀ ਮੈਂਬਰ ਆ ਕਾਂਗਰਸ ਪਾਰਟੀ ਦੀ ਤਰਫੋਂ ਜੀ। ਠੀਕ ਹੈ ਜੀ। ਕਾਂਗਰਸ ਪਾਰਟੀ ਵੱਲੋਂ ਤੁਸੀਂ? ਕਾਂਗਰਸ ਪਾਰਟੀ ਵੱਲੋਂ ਜੀ। ਤਾਂ ਅੱਛਾ, ਤਾਂ ਇਹ ਤਾਂ ਕਾਂਗਰਸ ਪਾਰਟੀ ਦੇ ਹੀ ਨਿਕਲੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਰਾਜਨੀਤਿਕ ਅਖਾੜਾ ਬਹੁਤ ਭਖਿਆ ਹੋਇਆ। ਟਿਕਟ ਬਹੁਤ ਲੇਟ ਮਿਲੀ ਹੈ। ਕਾਂਗਰਸ ਦੇ ਜਿਹੜੇ ਵੀ ਕੈਂਡੀਡੇਟ ਇੱਥੋਂ ਖੜੇ ਹੋਏ ਨੇ, ਉਹ ਵਿਜੇ ਸ਼ਰਮਾ ਟਿੰਕੂ ਨੇ, ਉਹਨਾਂ ਨੂੰ ਟਿਕਟ ਬਹੁਤ ਲੇਟ ਮਿਲੀ ਹੈ। ਇਸੇ ਗੱਲ ਨੂੰ ਲੈ ਕੇ ਜਿਹੜੀ ਪਾਰਟੀ ਹਾਈ ਕਮਾਨ ਹੈ ਉਹ ਕਸੂਤੀ 'ਚ ਫਸੀ ਹੋਈ ਸੀ ਵੀ ਟਿਕਟ ਕਿਹਨੂੰ ਦਈਏ। ਟਿਕਟ ਇਦਾਂ ਲੇਟ ਮਿਲੀ ਹੈ ਜੀ, ਅੱਜ ਤੋਂ 1.5-2 ਮਹੀਨਾ ਪਹਿਲਾਂ ਹਾਈ ਕਮਾਂਡ ਚੋਂ ਪਾਰਟੀ ਆਈ ਸੀ ਸਰਵਾ ਕਰਨ ਜੀ, ਸਰਵੇ ਕਰਨ ਆਏ ਸੀ। ਸਰਵੇ ਦੇ ਵਿੱਚ ਉਹਨਾਂ ਨਾਲ ਜਨਤਾ ਦੀ ਆਵਾਜ਼ ਸੁਣੀ, ਜੋ ਜਨਤਾ ਨਾਲ ਮਤਲਬ ਡਿਸੀਜਨ ਲਿਆ ਹਾਈ ਕਮਾਂਡ ਨਾਲ ਉਸ ਤਹਿਤ ਤੇ ਇਹ ਮਤਲਬ ਨਹੀਂ ਐਲਾਨ ਕਰਿਆ ਪਹਿਲਾਂ ਵੀ ਇੱਥੇ ਕੌਣ ਹੋਊਗਾ। ਜਦੋਂ ਕਿ ਕੰਗ ਸਾਹਿਬ 1992 ਤੋਂ ਚੱਲਦੇ ਆ ਰਹੇ ਆ। ਅਗਰ ਪਬਲਿਕ ਇੱਥੇ ਕੰਗ ਸਾਹਿਬ ਵਾਸਤੇ ਵਧੀਆ ਵਿਚਾਰ ਦੱਸਦੀ, ਆਪਣੇ ਉਹਨਾਂ ਨੂੰ ਚੰਗਾ ਦੱਸਦੀ, ਹੋ ਸਕਦਾ ਸਭ ਤੋਂ ਪਹਿਲਾਂ ਇੱਥੇ ਖਰੜ ਹਲਕੇ ਦੇ ਵਿੱਚ ਕੰਗ ਸਾਹਿਬ ਨੂੰ ਡਿਕਲੇਅਰ ਕੀਤਾ ਜਾਂਦਾ। ਪਰ ਹੁਣ ਨਹੀਂ ਨਾ ਕੀਤਾ ਜੀ, ਹੁਣ ਤਾਂ ਕੰਗ ਦੀ ਟਿਕਟ ਹੀ ਉਹ ਕੱਟਤੀ। ਇਸੀ ਕਰਕੇ ਨਹੀਂ ਕੀਤਾ ਕਿਉਂਕਿ ਜੋ ਪਬਲਿਕ ਦੀ ਆਵਾਜ਼ ਆ ਇਲਾਕੇ ਦੀ, ਖਰੜ ਹਲਕੇ ਦੀ, ਉਹਨਾਂ ਨੇ ਆਪਣੀ ਆਵਾਜ਼ ਵਿੱਚ ਦੱਸਿਆ ਹੋਣਾ ਜਾਂ ਦੱਸਿਆ ਕਿਸੇ ਨੇ ਵੀ ਇਹ ਚਲੋ ਹੁਣ ਤਾਂ ਇਹਨਾਂ ਨੂੰ ਬਹੁਤ ਪੁਰਾਣਾ ਮੌਕਾ ਮਿਲਦਾ ਰਿਹਾ ਵੀ ਹੁਣ ਇਹਨਾਂ ਦਾ ਥੋੜਾ ਜਿਹਾ ਸੋਚ ਵੀ ਢਿੱਲੀ ਪੈ ਗਈ ਵੀ ਇਸ ਕਰਕੇ ਨਵੇਂ ਚਿਹਰੇ ਨੂੰ ਆਪਾਂ ਮੌਕਾ ਦਈਏ। ਨਵੇਂ ਚਿਹਰੇ ਨੂੰ ਮੌਕਾ। ਆਪਾਂ ਹੋਰ ਇੱਕ ਮਿੰਟ ਗੱਲ ਕਰ ਲੈਂ। ਤੁਸੀਂ ਕੀ ਕਹੋਗੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਇਲੈਕਸ਼ਨਾਂ ਦੇ ਦੌਰਾਨ? ਪਹਿਲੇ ਤੁਸੀਂ ਕਈ ਇਲੈਕਸ਼ਨ ਦੇਖੇ ਹੋਣਗੇ, ਇਲੈਕਸ਼ਨਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਲੀਡਰ ਆਉਂਦੇ ਨੇ, ਐਲਾਨ ਵੀ ਬਹੁਤ ਕਰਦੇ ਆ। ਕਿੰਨਾ ਕੁ ਪਿੰਡ ਦਾ ਵਿਕਾਸ ਹੋਇਆ? ਵਿਕਾਸ ਤਾਂ ਤਕਰੀਬਨ ਜਿੰਨਾ ਕੁ ਆ ਜਾ ਠੀਕ ਹੀ ਹੋਇਆ ਵਿਕਾਸ। ਪਰ ਜਾਣੀ ਜੇਕਣਾ ਸਾਡੇ ਹਲਕੇ ਦੇ ਖੈੜ ਤੇ ਹਲਕੇ ਆਪਣੇ ਇੱਥੇ ਦੇ ਸਾਡਾ ਤਾਂ ਆਮ ਪਾਰਟੀ ਦਾ ਬੰਦੇ ਜਿੱਤ ਕੇ ਕਮਰਾ ਸੰਧੂ, ਉਹਨਾਂ ਮੁੜ ਕੇ ਕਦੇ ਸ਼ਕਲ ਹੀ ਨਹੀਂ ਇੱਥੇ ਦਿਖਾਈ ਹੈਗੀ। ਹੁਣ ਆਮ ਪਾਰਟੀ ਵੀ ਪੂਰਾ ਜ਼ੋਰ ਲਾਉਂਦੀ ਆ ਵੀ ਅਸੀਂ ਬਣ ਜਾਈਏ। ਇਹਨਾਂ ਵੀ ਆ ਹੁਣ ਕਾਂਗਰਸੀਆਂ ਦਾ ਵੀ ਇਹਨਾਂ ਚਲੋ ਇਹ ਵਧੀਆ ਕਰਿਆ ਵੀ ਜਿਹੜਾ ਚਿਹਰਾ ਬਦਲਤਾ ਇਹਨਾਂ ਨੇ, ਇਹ ਸਭ ਤੋਂ ਵਧੀਆ ਕਰਿਆ ਇਹਨਾਂ ਨੇ। ਆਪਣਾ ਲਾਉਂਦੇ ਆ, ਪਤਾ ਨਹੀਂ ਬਾਅਦ ਹੁਣ ਇਹਨਾਂ ਨੇ ਪੂਰੇ ਕਰਨੇ ਆ ਨਹੀਂ ਕਰਨੇ। ਪਹਿਲਾਂ ਵੀ ਆਹੀ ਹਾਲ ਹੈ ਨਾ। ਇਹ ਤਾਂ ਜ਼ਰੂਰ ਕਿਹਾ ਜਾ ਰਿਹਾ ਕਿ ਵਧੀਆ ਕੀਤਾ ਕਿ ਚਿਹਰਾ ਬਦਲਤਾ, ਕਿਉਂਕਿ ਇੱਕੋ ਚਿਹਰੇ ਨੂੰ ਦੇਖ ਕੇ ਬੋਰ ਵੀ ਹੋ ਜਾਂਦੇ ਹੋਣਗੇ ਤੁਸੀਂ, ਹੈ ਨਾ? ਬੋਰ ਹੋ ਜਾਂਦੇ ਹੋਣਗੇ। ਹਾਂਜੀ, ਨਾ ਵਧੀਆ ਕਰੇ, ਸਭ ਤੋਂ ਵਧੀਆ ਕਰੇ ਵੀ ਜਿਹੜਾ ਚਿਹਰਾ ਬਦਲਤਾ ਥੋੜਾ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ। ਨਹੀਂ ਤਾਂ ਇੱਕ ਜੇ ਐਸੀ ਬੰਦੇ ਆ ਜੇ ਸਾਡੇ ਪਰ ਇਹਨਾਂ ਜਿਹੜੀ ਡਾਂਗ ਆਪਣੀ ਸਾਡੇ ਪਰ ਆ ਕੇ ਚਲਾਉਂਦੇ ਆ, ਇਹ ਜਦ ਆਉਣਾ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਜੀ, ਵੋਟ ਪਾਉਂਦੇ ਆ ਫਿਰ ਕਹਿੰਦੇ ਨੇ ਆਣ ਕੇ ਇਹਨਾਂ ਨੇ ਕੁਝ ਨਹੀਂ ਕਰਿਆ ਹੈਗਾ, ਇਹਨਾਂ ਨੇ ਸਾਨੂੰ ਹਰਾਇਆ ਜੀ। ਇਹ ਪੁਰਾਣੇ ਝਾੜੂ ਵਾਲੇ ਬੰਦੇ ਜੀ, ਇਹ ਪੁਰਾਣੇ ਵਾਲੇ ਜੀ, ਇਹ ਕਾਂਗਰਸੀ ਜੀ, ਇਹ ਅਕਾਲੀ ਹੈ ਜੀ। ਇਹ ਮੇਰੇ ਕੈਂਡੀਡੇਟ ਦਾ ਹੱਕ ਨਹੀਂ ਬਣਦਾ ਹੁੰਦਾ ਕਿ ਤਕਰੀਬਨ ਵੋਟ ਦਾ ਹਰੇਕ ਬੰਦੇ ਨੂੰ ਹੱਕ ਆ, ਉਹਨਾਂ ਵੋਟ ਆਪਣੀ ਪਾਉਣੀ ਆ, ਉਹਨਾਂ ਆਪਣੀ ਜਿੱਥੇ ਮਰਜ਼ੀ ਉਹ ਵੋਟ ਪਾਵੇ, ਉਹ ਇਹਨਾਂ ਦਾ ਹੱਕ ਨਹੀਂ ਬਣਦਾ। ਜੇ ਪਾਰਟੀ ਜਿੱਤ ਗਈ, ਇਹ ਕਿਸੇ ਵੀ ਪਾਰਟੀ, ਕਾਂਗਰਸ ਪਾਰਟੀ ਜਿੱਤੇ, ਅਕਾਲੀ ਜਿੱਤਣ, ਆਮ ਪਾਰਟੀ ਜਿੱਤੇ, ਉਹ ਮਤਲਬ ਕੋਈ ਵੀ ਪਾਰਟੀ ਉਹ ਜਿੱਤੇ, ਉਸ ਬੰਦੇ ਉਹ ਪਾਰਟੀ ਦਾ ਹੱਕ ਬਣਦਾ ਹੀ। ਜੇ ਉਹ ਤਕਰੀਬਨ ਜੇ ਤੁਹਾਨੂੰ 90% ਜਾਂ 60% ਜੋ ਵੀ ਤੁਹਾਨੂੰ ਵੋਟ ਤਾਂ ਪਈ ਨਹੀਂ ਆ, ਖਾਲੀ ਇੱਕ ਪਾਰਟੀ ਦਾ ਨਹੀਂ ਪੈਂਦੀ ਵੋਟ ਵੀ ਇੱਕ ਪਾਰਟੀ ਨੂੰ ਵੋਟ ਪਾਤੀ ਅਸੀਂ, ਇੱਕ ਪਾਰਟੀ ਨੂੰ ਜੇ ਵੋਟ ਪਈ ਹੋਏ ਖਾਲੀ ਜਾਵੇ, ਬਿਲਕੁਲ ਖਾਲੀ ਸੰਦੂਖੜੀਆਂ ਜਾਣ, ਫਿਰ ਉਹਨਾਂ ਬੰਦੇ ਉਹ ਪਾਰਟੀ ਦਾ ਹੱਕ ਬਣਦਾ ਹੈ ਵੀ ਹਾਂ ਵੀ ਪਾਰਟੀ ਨੇ ਇਹਨਾਂ ਨੂੰ ਵੋਟ ਪਾਈ ਆ, ਅਸੀਂ ਇਹਨਾਂ ਨੂੰ ਗ੍ਰਾਂਟ ਨਹੀਂ ਦੇਣੀ। ਇਹਨਾਂ ਪਾਰਟੀ ਕੋਈ ਪਾਰਟੀ ਜਿੱਤ ਕੇ ਜਾਵੇ ਉਹਨੂੰ ਸਾਰਿਆਂ ਨੂੰ ਇੱਕ ਬਰਾਬਰ ਰੱਖਣਾ ਚਾਹੀਦਾ। ਪਰ ਇਹ ਤਾਂ ਗੱਲ ਮੰਨਣ ਵਾਲੀ ਹੋਗੀ ਵੀ ਝਾੜੂ ਵਾਲਿਆਂ ਨੇ ਸ਼ਕਲ ਤੱਕ ਨਹੀਂ ਦਿਖਾਈ ਇੱਥੇ ਜਿੱਤਣ ਤੋਂ ਬਾਅਦ। ਦੇਖੋ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਜਿਹੜੇ ਆਪ ਆ ਅਸੀਂ ਸਾਡੇ ਇਲਾਕੇ ਨਾਲ ਕੰਢੀ ਇਲਾਕੇ ਨਾਲ ਉਹਨਾਂ ਦੀ ਮਦਦ ਕਰੀ ਆ, ਉਹਨਾਂ ਨੂੰ ਇਲੈਕਸ਼ਨ ਇੱਥੇ ਤੇ ਜਿਤਾਇਆ, ਇੱਥੇ ਤੇ ਜੀ ਇਲੈਕਸ਼ਨ ਜਿਤਾਇਆ ਕਮਰ ਸੰਧੂ ਨੂੰ। ਪਰ ਉਹਨਾਂ ਦਾ ਹੱਕ ਬਣਦਾ ਤਾਂ ਸਾਡੇ ਉਹ ਮੁੱਖ ਮਹਿਮਾਨ MLA ਤੇ ਸਾਡੇ ਜਦ ਕਿਸੇ ਘਰ ਦਾ ਨਾ ਸਿਰ ਦਾ ਸਾਈਂ ਹੋਵਾ, ਉਹ ਤੈਨੂੰ ਕਾ ਕੋਈ ਉੱਧਰ ਅੱਧਰ ਹੋ ਜਾਵੇ ਨਾ, ਫਿਰ ਉਹ ਘਾਟ ਨਹੀਂ ਚੱਲਦੇ ਹੁੰਦੇ।
ਇਸ ਕਰਕੇ ਮੈਂ ਤਾਂ ਕਮਰ ਸੰਧੂ ਜੀ ਨੂੰ ਇਹੀ ਅਪੀਲ ਪਹਿਲਾਂ ਵੀ ਕਰੀ ਤੀ, ਹੁਣ ਵੀ ਮੈਂ ਕਰਦਾ ਵੀ ਤੁਸੀਂ ਸਾਨੂੰ ਸ਼ਕਲ ਹੀ ਨਹੀਂ ਦਿਖਾਈ ਹੈਗੀ। ਤੁਸੀਂ ਸਾਡੇ ਵੋਟਾਂ ਜ਼ਰੂਰ ਲੈ ਗਏ, ਸਾਡੇ ਇਲਾਕੇ ਨਾਲ ਕੰਢੀ ਇਲਾਕੇ ਨਾਲ ਸਾਨੂੰ ਜਿਤਾਇਆ, ਪਰ ਉਹਨਾਂ ਨੇ ਸਾਡੇ ਨਗਰਾਂ ਦੀ ਸਾਡੇ ਇਲਾਕੇ ਦੀ ਕੋਈ ਆਣ ਕੇ ਕੋਈ ਦੁੱਖ ਤਕਲੀਫ ਸੁਣੀ ਨਹੀਂ ਹੈਗੀ। ਜਗਮੋਹਨ ਸਿੰਘ ਕੰਗ ਤੇ ਵਿਜੇ ਸ਼ਰਮਾ ਟਿੰਕੂ, ਦੋਨਾਂ 'ਚ ਫਰਕ ਕੀ ਲੱਗਦਾ ਤੁਹਾਨੂੰ? ਪਿੰਡ ਵਾਲੇ ਹੋ ਤੁਸੀਂ, ਕਿਉਂਕਿ ਤੁਸੀਂ ਹਰ ਬੰਦੇ ਨਾਲ ਵਿਚਰਦੇ ਹੋ, ਦੋਨਾਂ 'ਚ ਫਰਕ ਕੀ ਲੱਗਦਾ ਜੀ? ਫਰਕ ਦਾ ਜੀ ਹੁਣ ਕੰਮਾਂ ਤੇ ਪਤਾ ਲੱਗੂਗਾ। ਕਿਉਂ ਹੁਣ ਜ਼ਿਆਦਾ ਕੰਗ ਸਾਹਿਬ ਨਾਲ ਵੀ ਦੇਖੋ ਆਪਣੇ ਇਲੈਕਸ਼ਨਾਂ ਵਿੱਚ ਆਪਣੀ MLA ਸੀਟਾਂ ਵਿੱਚ ਬੜਾ ਸੋਹਣਾ ਕੰਮ ਕਰਿਆ। ਹੁਣ ਵਿਜੇ ਟਿੰਕੂ ਜੀ ਮਰੰਡੇ ਵਾਲੇ, ਇਹਨਾਂ ਨੂੰ ਵੀ ਮੌਕਾ ਸਰਕਾਰ ਨਾਲ ਦਿੱਤਾ। ਅਸੀਂ ਤਾਂ ਕਹਿੰਦੇ ਵੀ ਚੰਗਾ ਸਮਕਾ ਨਵਾਂ ਚਿਹਰਾ ਆਉਣਾ ਚਾਹੀਦਾ, ਉਹਦੇ ਵਿੱਚ ਕੋਈ ਵਿਕਾਸ ਹੋਵੇ ਤਾਂ ਵਧੀਆ ਇਹ ਕਰਵਾਵੇ ਟਿੰਕੂ ਜੀ। ਤੁਸੀਂ ਦੱਸੋ ਜੀ ਵੀ ਆ ਕੇ ਵਾਅਦੇ ਤਾਂ ਕਰਦੇ ਨੇ, ਹੁਣ 5 ਸਾਲਾਂ ਬਾਅਦ ਭਾਵੇਂ ਸ਼ਕਲ ਦਿਖਾਉਂਦੇ ਨੇ, ਪਰ ਤੁਸੀਂ ਅੱਗੋਂ ਗੱਲ ਨਹੀਂ ਰੱਖਦੇ ਵੀ ਪਿਛਲੇ 5 ਸਾਲਾਂ ਦੇ ਵਿੱਚ ਤੂੰ ਇਹ ਗੱਲਾਂ ਕਹਿ ਕੇ ਗਿਆ ਸੀ, ਆਹ ਦੇਖ ਲੈ ਅੱਜ ਵੀ ਉਵੇਂ ਦੇ ਉਵੇਂ ਹੀ ਖੜੇ ਆ। ਆਉਂਗੇ ਜੀ ਇੱਥੇ ਮੁੜ ਕੇ, ਅਸੀਂ ਤਾਂ ਹੀ ਦੱਸੂਗੇ ਜੀ, ਮੁੜ ਕੇ ਤੇ ਆਏ ਨਹੀਂ ਜੀ। ਇਲੈਕਸ਼ਨ ਟਿਕਟਾਂ ਹੁਣ ਤਾਂ ਮੰਗਣ ਆਉਣਗੇ ਵੋਟਾਂ, ਹੁਣ ਤਾਂ ਦੱਸੂਗੇ ਉਹਨਾਂ ਨੂੰ, ਅਸੀਂ ਦੱਸੂਗੇ ਆ ਕੇ ਜਦ ਉਹ ਮੰਗੂਗੇ ਸਾਡੇ ਵੋਟਾਂ, ਫਿਰ ਦੱਸੂਗੇ ਅਸੀਂ ਵੀ ਆ ਤੁਸੀਂ ਵਾਅਦੇ ਕਰਕੇ ਗਏ ਤੇ ਤੁਸੀਂ ਮੁੜ ਕੇ ਨਿਤਰ ਨਹੀਂ ਹੈਗੇ ਵਾਅਦੇ ਪਰ। ਹਾਂ, ਤੁਸੀਂ ਕੀ ਕਹੋਗੇ, ਕਿੰਨਾ ਵਿਕਾਸ ਹੋਇਆ, ਕਿਵੇਂ ਜਾਂ ਤੁਹਾਡਾ ਉਮੀਦਵਾਰ ਹੋਣਾ ਚਾਹੀਦਾ? ਪਰ ਸੱਧੂ ਤਾਂ ਇੱਕ ਵਾਰ ਨਹੀਂ ਮੂੰਹ ਦਿਖਾਉਣ ਨੂੰ ਮਿਲਿਆ ਜੀ, ਜਦ ਤੇ ਵੋਟਾਂ ਨਾ ਬਣਾ ਕੇ ਭੇਜਿਆ ਸੀ ਉਰੇ ਤੇ ਨਿਹੋਲ ਕੇ ਤੇ ਬਣਾ ਕੇ ਭੇਜਿਆ ਸੀ, ਉਹ ਮੁੜ ਕੇ ਨਹੀਂ ਆਇਆ। ਕੀ ਹਾਂਜੀ ਕੀ ਕਹੋਗੇ ਜੀ? ਬਣਾ ਕੇ ਭੇਜਿਆ ਜੀ ਅਸੀਂ ਕੰਗ ਸਾਹਿਬ ਨੂੰ, ਪਰ ਸਾਡੀ ਸਾਰ ਨਹੀਂ ਲਿੱਤੀ, ਮੁੜ ਕੇ ਖੜੇ ਵੀ ਨਹੀਂ ਆ ਕੇ। ਸਾਡਾ ਕਿੰਨੇ ਮੀਂਹ ਪਿਆ, ਹੁਣ ਸਾਡੇ ਬੁਰੇ ਹਾਲ ਹੋ ਗਏ, ਚੋਂਦੇ ਮਕਾਨ ਚੋਂਦੇ ਆ, ਸਾਡਾ ਬੈਠਣ ਨੂੰ ਜਗ੍ਹਾ ਨਹੀਂ ਜੀ ਹੈਗੀ। ਵੋਟਾਂ ਨਾਲ ਜਦ ਪਹਿਲਾਂ ਵੋਟਾਂ ਲੈਣ ਆਉਂਦੇ, ਸਾਡੀਆਂ ਛੱਤਾਂ ਬਦਲ ਦੇਣੇ, ਸਾਡੇ ਪੱਕੇ ਮਕਾਨ ਬਣਾ ਦੇਣੇ, ਇਹ ਕਰਨਾ ਉਹ ਕਰਨਾ, ਕਰਿਆ ਕੱਖ ਵੀ ਨਹੀਂ। ਉਹ ਨਹੀਂ ਕਰਿਆ। ਤੇ ਤੁਹਾਨੂੰ ਨਹੀਂ ਲੱਗਦਾ ਜਿਹੜੇ ਇਲੈਕਸ਼ਨਾਂ ਦੇ ਦੌਰਾਨ ਵਾਅਦੇ ਕੀਤੇ ਜਾਂਦੇ ਨੇ, ਐਲਾਨ ਕੀਤੇ ਜਾਂਦੇ ਆ, ਉਹ ਘੱਟ ਹੀ ਪੂਰੇ ਹੁੰਦੇ ਨੇ? ਹਾਂਜੀ, ਦੇਖੋ ਜੀ ਹੁਣ 4.5 ਸਾਲ ਲੰਘਣ ਤੋਂ ਬਾਅਦ ਚੰਨੀ ਸਾਹਿਬ ਨੂੰ ਮੌਕਾ ਦਿੱਤਾ ਹੈ ਜੀ। ਚੰਨੀ ਸਾਹਿਬ ਨੂੰ ਜਦੋਂ ਮੌਕਾ ਦਿੱਤਾ, ਚੰਨੀ ਸਾਹਿਬ ਨਾਲ 60 ਐਲਾਨ ਕਰੇ ਜੀ। 60 ਤੋਂ ਮੇਰਾ ਖਿਆਲ ਕਹਿੰਦਾ ਵੀ ਕਾਫੀ ਐਲਾਨ ਆ ਜਿਹੜੇ ਉਹ ਪਾਸ ਹੋ ਗਏ ਜੀ। ਜਿੱਦਾਂ ਬਿਜਲੀ ਦੇ ਬਿੱਲ ਮਾਫ ਕਰੇ ਆ ਜੀ, ਉਹ ਤਕਰੀਬਨ ਹਰ ਇੱਕ ਪਾਸੇ ਹੀ ਬਿਜਲੀ ਦਾ, ਕਿਸੇ ਦਾ 50,000, ਕਿਸੇ ਦਾ 60,000, ਕਿਸੇ ਦਾ 40, ਕਿਸੇ ਦਾ 30, ਕਿਸੇ ਦਾ 80, ਕਿਸੇ ਦਾ ਲੱਖ, ਉਹ ਸਭ ਬਿੱਲ ਮਾਫ ਹੋਏ ਆ ਜੀ। ਬਾਕੀ ਪਾਣੀ ਦੇ ਬਿੱਲ ਮਾਫ ਕਰੇ ਆ ਜੀ। ਹੋਰ ਇਦਾਂ ਦੇ ਜੋ ਵੀ ਮਤਲਬ ਉਹਨਾਂ ਨਾਲ ਵਾਅਦੇ ਕਰੇ ਆ ਜੀ, ਉਹਨਾਂ 'ਚੋਂ ਕਾਫੀ ਮਤਲਬ ਪਾਸ ਹੋ ਗਏ ਤੇ ਮਾਫ ਹੋ ਗਏ ਉਹ ਸਭ। ਤੇ ਦੂਜਾ ਉਹਨਾਂ ਨਾਲ ਜੋ ਐਲਾਨ ਕਰੇ ਆ, ਉਹਨਾਂ ਦੇ ਆਰਡੀਨੈਂਸ ਜਾਰੀ ਕਰੇ ਹੋਏ ਆ ਜੀ। ਸਰਕਾਰ ਚਾਹੇ ਕੋਈ ਵੀ ਹੋਵੇ, ਜਦੋਂ ਆਰਡੀਨੈਂਸ ਜਾਰੀ ਹੋ ਜਾਂਦਾ ਤੇ ਉਹ ਪਾਸ ਤਾਂ ਹੁੰਦਾ ਹੀ ਆ ਜੀ, ਕਿਸੇ ਵੀ ਸਰਕਾਰ ਆਉਣ ਦੇ ਵਿੱਚ ਪਾਸ ਹੁੰਦਾ। ਚੰਨੀ ਸਾਹਿਬ ਨਾਲ ਦੇਖੋ ਆਪਣੇ ਹਲਕੇ ਦੇ ਵਿੱਚ, ਚਮਕੌਰ ਸਾਹਿਬ ਹਲਕੇ ਦੇ ਵਿੱਚ ਅਜੂਬਾ ਸੀ ਜੋ, ਉਹ ਕਿੰਨਾ ਵਧੀਆ ਕੰਮ ਕਰਤਾ ਜੀ। ਵਿਜੇ ਟਿੰਕੂ ਹੈਗਾ ਜਿਹੜਾ, ਹਾਂਜੀ, ਉਹਦੇ ਤੋਂ ਉਮੀਦਾਂ ਹੈਗੀਆਂ ਹੁਣ ਤੁਹਾਨੂੰ ਖਾਸੀਆਂ? ਵਿਜੇ ਟਿੰਕੂ ਤੋਂ ਸਾਨੂੰ 100% ਉਮੀਦ ਆ ਜੀ, 100% ਜੀ। ਅਸੀਂ ਅੱਜ ਦੇ ਨਹੀਂ ਜੀ ਜਾਣਦੇ, ਅਸੀਂ ਮੇਰਾ ਖਿਆਲ ਕਹਿੰਦਾ ਵੀ ਸਾਡੀ 10-15 ਸਾਲ ਦੀ ਉਮਰ ਹੋਣੀ ਆ ਜਦੋਂ ਦੇ ਸਾਡੇ ਇਹਨਾਂ ਦੇ ਪਰਿਵਾਰ ਦੇ ਨਾਲ ਸੰਬੰਧ ਆ ਜੀ। ਕਿਉਂ ਇਹਨਾਂ ਦੇ ਮਿਲਣਸਾਰ ਹੈ, ਮਿਲਣਸਾਰ ਜੀ, ਆਉਂਦੇ ਪਿੰਡਾਂ ਦੇ ਵਿੱਚ, ਪਿੰਡਾਂ 'ਚ ਆਉਂਦੇ ਆ ਜੀ। ਹੁਣ ਤਕਰੀਬਨ ਮੇਰਾ ਖਿਆਲ ਕਹਿੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਆ ਕੇ ਗਏ ਆ ਜੀ। ਉਹਨਾਂ ਨਾਲ ਮਤਲਬ ਜੋ ਬੱਚੇ ਆ ਨਵੇਂ ਜੀ, ਉਹਨਾਂ ਵਾਸਤੇ ਕਿੱਟਾਂ ਦਿੱਤੀਆਂ, ਕ੍ਰਿਕਟ ਕਿੱਟਾਂ, ਵਾਲੀਬਾਲ, ਖੇਡਾਂ ਵੱਲ ਉਤਸ਼ਾਹਿਤ ਕੀਤਾ, ਖੇਡਾਂ ਨਸ਼ਿਆਂ ਤੋਂ ਦੂਰ ਰਹਿਣ। ਖੇਡਾਂ ਵੱਲ ਬਹੁਤ ਉਤਸ਼ਾਹ ਜੀ ਉਹਨਾਂ ਦਾ। ਇਸ ਕਰਕੇ ਵਿਜੇ ਟਿੰਕੂ ਸ਼ਰਮਾ ਸਾਹਿਬ ਬਹੁਤ ਹੀ ਚੰਗੇ ਬੰਦੇ ਆ ਜੀ। ਸੋ ਤੁਸੀਂ ਸੁਣਿਆ ਕਿ ਪਿੰਡ ਦੇ ਬਜ਼ੁਰਗਾਂ ਦਾ ਕੀ ਕਹਿਣਾ। ਆਪਾਂ ਇੱਕ ਲਾਸਟ ਕਮੈਂਟ ਲੈ ਲੈਂਦੇ ਆ, ਤੁਸੀਂ ਕੀ ਕਹੋਗੇ ਜੀ? ਕੰਗ ਨੂੰ ਟਿਕਟ ਨਹੀਂ ਦਿੱਤੀ, ਇਸ ਵਾਰ ਚਿਹਰਾ ਬਦਲਿਆ, ਤੇ ਹੁਣ ਕਿਵੇਂ ਜਿਹਾ ਮਾਹੌਲ ਹੋਣਾ ਚਾਹੀਦਾ ਪਿੰਡ ਦਾ? ਖਾਸ ਤੌਰ ਤੇ ਤੁਸੀਂ ਜਿਵੇਂ ਦੱਸਿਆ ਕਿ ਉਵੇਂ ਜਿਹਾ ਵਿਕਾਸ ਨਹੀਂ ਹੋਇਆ, ਹਾਲਾਂਕਿ ਸਰਕਾਰ ਵੀ ਕਾਂਗਰਸ ਦੀ ਰਹੀ ਹੈ, ਜਿਹੜਾ ਹੋਣਾ ਚਾਹੀਦਾ ਸੀ ਪਿੰਡ ਦੇ ਵਿੱਚ। ਦੇਖੋ ਮੈਂ ਤਾਂ ਹੁਣ ਦੁਬਾਰਾ ਵੀ ਕਹਿਣਾ ਜੀ ਵੀ ਜਿਹੜੀ ਸਰਕਾਰ ਬਣੂਗੀ ਉਹਨੂੰ ਨਾ ਕੰਮ ਕਰਨੇ ਚਾਹੀਦੇ ਆ, ਤਾਂ ਇਹ ਪਿੰਡਾਂ ਦਾ ਵਿਕਾਸ। ਕਈ ਪਿੰਡਾਂ ਦੇ ਵਿੱਚ, ਜਸਪਾਲ ਸਿੰਘ ਜੀ ਨਾਮ ਹੈ ਨਾ ਤੁਹਾਡਾ, ਜਸਪਾਲ ਸਿੰਘ ਜੀ, ਕਈ ਪਿੰਡਾਂ ਦੇ ਵਿੱਚ, ਮੋਹਾਲੀ ਦੇ ਵਿੱਚ ਹੀ ਬਾਹਰ ਪਿੰਡ ਦੇ ਵਿੱਚ ਲਿਖ ਕੇ ਲਾ ਦਿੱਤਾ ਗਿਆ ਵੀ ਇੱਥੇ ਵੋਟਾਂ ਮੰਗਣ ਨਾ ਆਓ, ਨਾ ਤੁਸੀਂ ਵਿਕਾਸ ਕੀਤਾ, ਨਾ ਤੁਸੀਂ ਕੋਈ ਸਾਡੀ ਸਾਖ ਲੈਣੇ ਹੋ। ਤੁਹਾਡੇ ਪਿੰਡ ਦਾ ਕੀ ਮਾਹੌਲ ਹੈ?
ਉਹ ਐਡੀ ਬੜੀ ਗੱਲ ਤਾਂ ਜੀ ਮੈਂ ਕਹਿ ਨਹੀਂ ਸਕਦਾ, ਅਸੀਂ ਰੋਕ ਵੀ ਨਹੀਂ ਸਕਦੇ ਹੈਗੇ। ਚਲੋ ਕੈਂਡੀਡੇਟ ਦੀ ਜਿਹੜੀ ਵੀ ਆ ਮਨ ਦੀ ਮਨਸਾ, ਉਹ ਇਹਨਾਂ ਨੂੰ ਵੋਟ ਦਵੇ ਨਾ ਦਵੇ, ਇਹ ਗੱਲ ਤੇ ਤਾਂ ਮੈਂ ਤਾਂ ਵਿਰੋਧ ਕਰਦਾ ਵੀ ਇਲੈਕਸ਼ਨ ਆ, ਹਰੇਕ ਇਨਸਾਨ ਨੂੰ ਨਾ ਆਪਣਾ ਹੱਕ ਦੇਣਾ ਚਾਹੀਦਾ, ਵੋਟ ਦੇਣੀ ਚਾਹੀਦੀ ਆ। ਕੋਈ ਜਿੱਤੋ ਕੋਈ ਹਾਰੋ, ਇਹਦੇ ਵਿੱਚ ਪਿੰਡਾਂ ਦਾ ਸੋਚ ਵਿਕਾਸ ਸਮਝ ਕੇ ਦੇਣੀ, ਸੋਚ ਸਮਝ ਕੇ ਦੇਣੀ ਸੋਚ ਚਾਹੀਦੀ। ਸਮਝ ਕੇ ਦਿਓ ਜੀ, ਤੇ ਗਾਹਾਂ ਵਾਸਤੇ ਤਰੱਕੀਆਂ ਹੋਵੇ, ਨਗਰਾਂ ਦੀਆਂ ਤਾਂ ਤੇ ਨੌਕਾ ਸਰਕਾਰਾਂ ਚੱਲਦੀਆਂ, ਨਹੀਂ ਤਾਂ ਫਿਰ ਆ ਤੁਹਾਡੇ ਸਾਹਮਣੇ ਹੀ ਆ ਵੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਜੇ ਜਿਹੜੀ ਚੰਗੀ ਸਰਕਾਰ ਹੁੰਦੀ ਆ ਉਹਨੂੰ ਤਾਂ ਨਾ ਸ਼ਾਬਾਸ਼ੀ ਦਿੰਦੇ ਆ ਪਿੰਡਾਂ ਦੇ ਲੋਕ ਵੀ ਹਾਂ ਵੀ ਇਹ ਚੰਗੇ ਬੰਦੇ ਆ, ਔਰ ਚੰਗੀ ਇਹਨਾਂ ਨਾਲ ਸਰਕਾਰ ਚਲਾਈ ਆ। ਬਹੁਤ ਉਮੀਦਾਂ ਨੇ ਖਾਸ ਤੌਰ ਤੇ ਪਿੰਡ ਵਾਲਿਆਂ ਦੀਆਂ, ਕਿਉਂਕਿ ਇੱਕ ਰਾਜਨੀਤੀ ਜਦੋਂ ਕੋਈ ਵੀ ਲੀਡਰ ਬਣਦਾ ਤੇ ਉਹਦਾ ਜਿਹੜਾ ਬੁਨਿਆਦੀ ਢਾਂਚਾ ਜਿਹਨੂੰ ਕਿਹਾ ਜਾ ਸਕਦਾ, ਪੰਜਾਬ ਦੇ ਵਿੱਚ ਖਾਸ ਤੌਰ ਤੇ 70% ਤੋਂ ਜ਼ਿਆਦਾ ਪਿੰਡਾਂ ਦੀ ਆਬਾਦੀ ਹੈ, ਯਾਨੀ ਕਿ ਰੂਰਲ ਏਰੀਆ ਦੇ ਵਿੱਚ ਜ਼ਿਆਦਾ ਲੋਕ ਰਹਿੰਦੇ ਨੇ, ਤੇ ਕਿਤੇ ਨਾ ਕਿਤੇ ਲੀਡਰਾਂ ਦੀ ਜਿਹੜੀ ਬੁਨਿਆਦ ਹੈਗੀ ਹੈ ਇਹਨਾਂ ਪਿੰਡਾਂ ਦੇ ਉੱਤੇ ਹੀ ਟਿਕੀ ਰਹਿੰਦੀ ਹੈ, ਤੇ ਉਹਨਾਂ ਵੱਲੋਂ ਇਹ ਜ਼ਰੂਰ ਉਮੀਦ ਲਗਾਈ ਜਾਂਦੀ ਹੈ ਕਿ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ। 5 ਸਾਲਾਂ ਬਾਅਦ ਤਾਂ ਭਾਵੇਂ ਸ਼ਕਲ ਦਿਖਾਉਂਦੇ ਨੇ, ਆ ਕੇ ਵੋਟਾਂ ਮੰਗਦੇ ਨੇ, ਤੇ ਪਿੰਡ ਦਾ ਕਿਵੇਂ ਜਿਹਾ ਮਾਹੌਲ ਹੈ, ਪਿੰਡ ਦਾ ਕਿਵੇਂ ਜਿਹਾ ਵਿਕਾਸ ਕੀਤਾ, ਪਿੰਡ ਦਾ ਕਿਵੇਂ ਜਿਹਾ ਇਨਫਰਾਸਟ੍ਰਕਚਰ ਹੈ, ਤੁਹਾਨੂੰ ਦਿਖਾਉਂਦੇ ਆ। ਸੋ ਪਿੰਡ ਦੇ ਵਿੱਚ ਬਜ਼ੁਰਗਾਂ ਤੋਂ ਤਾਂ ਤੁਸੀਂ ਸੁਣ ਲਿਆ ਕਿ ਕਿਵੇਂ ਜਿਹਾ ਨੇਤਾ ਹੋਣਾ ਚਾਹੀਦਾ ਹੈ, ਪਿੰਡ ਦਾ ਕਿਵੇਂ ਜਿਹਾ ਵਿਕਾਸ ਕੀਤਾ ਹੈ, ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ। ਹੁਣ ਤੁਹਾਨੂੰ ਦਿਖਾਉਂਦੇ ਆ ਕੁਝ ਇੱਥੇ ਲੜਕੇ ਖੜੇ ਨੇ, ਯੂਥ ਲੱਗਦੇ ਪਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਕੋਲੋਂ ਪੁੱਛਾਂਗੇ ਉਹਨਾਂ ਦੀ ਕੀ ਸੋਚਣੀ ਹੈ, ਕਿਉਂਕਿ ਇਹਨਾਂ ਵਿੱਚੋਂ ਕਈ ਅਜਿਹੇ ਹੋਣਗੇ ਜਿਹੜਾ ਪਹਿਲੀ ਵਾਰੀ ਵੋਟ ਪਾ ਰਹੇ ਨੇ, ਜਿਨ੍ਹਾਂ ਨੇ ਹਾਲੇ ਸਿਆਸਤ ਦੇ ਵਿੱਚ ਹਾਲੇ ਦੇਖਿਆ ਹੀ ਹੈ ਕਿ ਲੀਡਰ ਕੀ ਆ ਕੇ ਕਹਿੰਦੇ ਨੇ, ਯੂਥ ਦੀ ਕੀ ਸੋਚ ਹੈ, ਉਹਨਾਂ ਕੋਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਜੀ? ਪਿੰਡ ਦੇ ਹੀ ਹੋ ਸਾਰੇ? ਕਿਵੇਂ ਜਿਹਾ ਮਾਹੌਲ ਹੈ ਪਿੰਡ ਦਾ? ਹੁਣ ਤਾਂ ਵੱਖ-ਵੱਖ ਲੀਡਰ ਆਉਂਦੇ ਹੋਣੇ ਪਾਰਟੀਆਂ ਦੇ। ਹਾਂਜੀ ਹਾਂਜੀ ਹੈਂ? ਹਾਂਜੀ। ਕੀ ਕਹਿੰਦੇ ਨੇ ਆ ਕੇ? ਵੋਟਾਂ ਬਾਰੇ ਪ੍ਰਚਾਰ ਕਰਦੇ ਆ ਜੀ ਆਪਣਾ ਸਾਰੇ ਸਿਆਸੀ। ਤੇ ਕਿਵੇਂ ਹੁਣ ਮਾਹੌਲ ਕੀ ਹੈਗਾ, ਕੀ ਸੋਚਦੇ ਹੋ ਤੁਸੀਂ, ਕਿਹੜਾ ਕੈਂਡੀਡੇਟ ਹੋਣਾ ਚਾਹੀਦਾ, ਉਮੀਦਵਾਰ ਕਿਹੜਾ ਜਿਹਨੂੰ ਤੁਸੀਂ ਜਿਤਾਓਗੇ? ਦੇਖੋ ਜੀ ਇਦਾਂ ਹੀ ਹਰੇਕ ਸਾਲ ਕਾਂਗਰਸ ਨੂੰ ਪਾ ਲੀਆਂ, ਅਕਾਲੀ ਨੂੰ ਪਾ ਲੀਆਂ ਜੀ, ਤੇ ਇਸ ਵਾਰੀ ਆਮ ਨੂੰ ਦੇ ਦਿੱਤਾ ਜਾਊ ਮੌਕਾ। ਪਰ ਕਈ ਬਜ਼ੁਰਗ ਤਾਂ ਇੱਥੇ ਇਹ ਕਹਿੰਦੇ ਪਏ ਵੀ 5 ਸਾਲ ਤਾਂ ਝਾੜੂ ਵਾਲਿਆਂ ਨੇ ਸ਼ਕਲ ਤੱਕ ਨਹੀਂ ਦਿਖਾਈ। ਤਾਂ ਕੀ ਹੋ ਗਈ, ਬਦਲਾਅ ਤਾਂ ਚੈੱਕ ਕਰਨਾ ਚਾਹੀਦਾ ਇਸੋਂ ਹੀ। ਦਿੱਲੀ ਬੈਠੇ ਆ, ਸਾਲ ਲੰਘ ਗਿਆ ਤਾਂ ਬੈਠੇ ਨੂੰ ਪਿਆ। 26 ਜਨਵਰੀ ਅੱਜ ਦਾ ਦਿਨ ਹੈ, ਡੰਡਾ ਕਿੰਨਾ ਫੇਰੇ ਅੱਜ ਦਾ ਦਿਨ ਉੱਥੇ ਹੀ ਸਾਰੇ ਗਏ ਵੀ ਸਾਡੇ ਪਿੰਡ ਤੇ ਜਾਂਦੇ ਰਹੇ, ਸਾਡੇ ਪਿੰਡ ਦੀ ਮਸ਼ੀਨਾਂ 6 ਚੱਲਦੀਆਂ ਰਹੀਆਂ ਉੱਥੇ ਦਿੱਲੀ, ਅਤੇ ਜਾਂਦੇ ਰਹੇ, ਨਾ ਅਕਾਲੀ ਪੁੱਜੇ ਨਾ ਕਾਂਗਰਸ ਨੇ ਪੁੱਛੇ, ਕਿਸੇ ਨੇ ਨਹੀਂ ਪੁੱਛੇ ਕਿਆ ਫਾਇਦਾ ਫਿਰ ਇਹ ਜਿਹਨੂੰ ਵੋਟਾਂ ਪਾ। ਆਪ ਵਾਲਿਆਂ ਨੇ ਆਮ ਵਾਲੇ ਪੁੱਛੇਗਾ ਨਹੀਂ, ਚੇਂਜ ਤਾਂ ਕਰਨਾ ਚਾਹੀਦਾ। ਆਏ ਕਿੰਨੇ ਸਾਲ ਹੋ ਗਏ ਸਿਆਸਤ ਕਰਦੇ ਉਹਨਾਂ ਨੂੰ, ਅਕਾਲੀਆਂ ਤੇ ਕਾਂਗਰਸੀਆਂ ਨੂੰ ਹੀ। ਇਸ ਵਾਰੀ ਦੇਖਦੇ ਉਹਨੂੰ ਮੌਕਾ ਦੇ ਕੇ ਹੀ ਇੱਥੇ ਆਏ ਆ, ਝਾੜੂ ਵਾਲੇ ਆਏ ਸੀ ਪਿੰਡ ਦੇ ਵਿੱਚ? ਨਹੀਂ ਆਇਆ ਹਾਲ ਦੀ ਘੜੀ ਕੋਈ ਨਹੀਂ ਆਇਆ। ਵੈਸੇ ਦੇਖਦੇ ਉਹਨੂੰ ਚੇਂਜ ਕਰਨਾ ਚਾਹੀਦਾ ਹੀ। ਬਾਕੀ ਹਰੇਕ ਜ਼ਰੂਰੀ ਹੈ, ਬਦਲਾਅ ਜ਼ਰੂਰੀ ਹੈ ਇਸ ਵਾਰੀ ਦੇਣਾ। ਕੀ ਕਹੋਗੇ ਤੁਸੀਂ, ਕਿਵੇਂ ਜਿਹਾ ਲੀਡਰ ਹੋਣਾ ਚਾਹੀਦਾ? ਬਸ ਜਿੱਦਾਂ ਦਾ ਮਰਜ਼ੀ ਹੋਵੇ ਵੀ ਤਾਂ ਹੋਵੇ ਤਾਂ ਵਧੀਆ ਕੋਈ ਕਰਨ ਵਾਲਾ ਹੋਵੇ ਜੀ, ਠੀਕ ਨਹੀਂ ਜੀ। ਆਉਂਦੇ ਹੁਣ ਹਰੇਕ ਵਾਅਦੇ ਤਾਂ ਕਰਦਾ ਹੀ ਹੈ ਜੀ, ਠੀਕ ਨਹੀਂ। ਚਾਹੀਦਾ ਇਹ ਕਹਿੰਦੇ ਵੀ ਚਲੋ ਬਦਲਾਅ ਹੋਵੇ, ਕੋਈ ਨਵਾਂ ਆਵੇ, ਕਿਸੇ ਨੂੰ ਕੋਈ ਤਰੱਕੀ ਹੋਵੇ ਕੁਛ। ਇੱਥੋਂ ਜਿਹੜੇ ਕਾਂਗਰਸ ਤੋਂ ਕੈਂਡੀਡੇਟ ਉਤਾਰੇ ਆ, ਉਹ ਵਿਜੇ ਸ਼ਰਮਾ ਟਿੰਕੂ, ਉਹਨਾਂ ਨੂੰ ਟਿਕਟ ਮਿਲੀ ਹੈ। ਕਿਵੇਂ ਜੇ ਬੰਦੇ, ਉਹਨਾਂ ਨੂੰ ਵੇਖਿਆ ਤੁਸੀਂ ਪਹਿਲਾਂ ਕਦੀ? ਨਹੀਂ ਜੀ, ਅਸੀਂ ਨਹੀਂ ਦੇਖੇ। ਤੁਸੀਂ ਦੇਖਿਆ? ਨਹੀਂ ਭਾਜੀ, ਉਹਨਾਂ ਨੂੰ ਦੇਖੇ। ਤੁਸੀਂ ਦੇਖਿਆ? ਨਹੀਂ ਜੀ ਆਪਾਂ ਨਹੀਂ ਦੇਖੇ। ਜੇ ਦੇਖਿਆ ਹੀ ਨਹੀਂ ਤਾਂ ਤੁਸੀਂ ਦੱਸੋਗੇ ਕੀ ਉਹਨਾਂ ਬਾਰੇ? ਤੁਸੀਂ ਦੱਸੋ ਯਾਰ। ਆਪਾਂ ਨੇ ਕਦੇ ਦੇਖਿਆ ਨਹੀਂ, ਉਹ ਨਵਾਂ ਬੰਦਾ ਏ, ਨਵੀਂ ਚੁਆਇਸ, ਸਾਨੂੰ ਪਤਾ ਨਹੀਂ ਉਹਦੇ ਬਾਰੇ ਕਿਸ ਤਰ੍ਹਾਂ ਦਾ ਬੰਦਾ ਏ। ਜੇ ਕਦੇ ਕਰਿਆ ਹੋਵੇ, ਦੇਖਿਆ ਹੋਵੇ ਵੀ ਇਹ ਕੰਮ ਵਿਕਾਸ ਪਹਿਲਾਂ ਵੋਟਾਂ 'ਚ ਖੜਿਆ ਜਾਂ ਨਹੀਂ ਖੜਿਆ, ਤਾਂ ਹੀ ਹੈ। ਦੇਖਿਆ ਹੀ ਨਹੀਂ ਕਦੇ ਉਹਦੇ ਬੰਦੇ ਦਾ, ਕਿਆ ਪਤਾ ਕਿੱਦਾਂ ਦਾ ਹੀ ਹੈ ਜੀ। ਅੱਛਾ, ਲੀਡਰ ਤਾਂ ਇੱਥੇ ਬਹੁਤ ਆਉਂਦੇ ਹੋਣੇ, ਕਿਉਂਕਿ ਹੁਣ ਚੋਣ ਬਾਈ ਲੀਡਰ ਰੇਸ ਸਾਰੇ ਆਉਂਦੇ, ਕਾਂਗਰਸ ਵੀ ਆਉਂਦੇ, ਅਕਾਲੀ ਵੀ ਆਉਂਦੇ ਆ ਜੀ। ਆਮ ਵਾਲੇ ਤਾਂ ਹਲੇ ਕੋਈ ਆਇਆ ਨਹੀਂ ਇੱਥੇ। ਪਹਿਲਾਂ ਪਿਛਲੀਆਂ ਵੋਟਾਂ 'ਚ ਆਏ ਸੀਗੇ ਜੀ, ਉਹਨਾਂ ਦਾ ਕੋਈ ਪਤਾ ਨਹੀਂ। ਉਹਨਾਂ ਦਾ ਬੰਦਾ ਕੋਈ ਕਨਵਰ ਵਿਜੇ ਕਨਵਰ ਸੀਗਾ ਜਿੱਤਿਆ, ਉਹਦਾ ਇੱਕ ਵਾਰ ਆ ਕੇ ਵੋਟਾਂ ਲੈ ਕੇ ਜਿੱਤ ਕੇ ਮੁੜ ਕੇ ਉਹਨੇ ਮੂੰਹ ਨਹੀਂ ਦਿਖਾਇਆ ਜੀ, ਕਿਉਂਕਿ ਉਹਦੀ ਸਰਕਾਰ ਹੈ ਨਹੀਂ ਸੀ, ਇਸ ਕਰਕੇ ਉਹ ਆਇਆ ਨਹੀਂ। ਠੀਕ ਨਹੀਂ। ਤੁਸੀਂ ਕੀ ਕਹੋਗੇ, ਕਿਵੇਂ ਜਿਹਾ ਲੀਡਰ ਹੋਣਾ ਚਾਹੀਦਾ? ਸਾਰੇ ਬਾਈਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੈਂ ਨਿਊ ਚੰਡੀਗੜ੍ਹ ਪਿੰਡ ਪੜੌਂਜੀਆਂ ਤੋਂ ਜੀ। ਸਭ ਤੋਂ ਬੜੀ ਗੱਲ ਹੈ, ਪਿੰਡ ਜਾ ਕੇ ਦੇਖੋ, ਆਉਂਦੇ ਆ ਲੀਡਰ, ਵਾਅਦੇ ਕਰ ਜਾਂਦੇ ਆ। ਮੁੰਡੇ ਨਸ਼ੇੜੀ ਹੋਏ ਵੇ, ਨਸ਼ੇ ਦਾ ਕੋਈ ਰੋਕ ਨਹੀਂ ਹੈ। ਨਸ਼ਾ ਕਰ ਰਹੇ, ਚਿੱਟਾ ਵੇਚ ਰਹੇ, ਜਿਹੜੇ ਬੰਦੇ ਦੀ ਸ਼ਿਕਾਇਤ ਕਰ ਰਹੇ, ਬੰਦਾ ਖਤਮ।
ਕਿਉਂ ਖਤਮ? ਬੜੇ ਬੰਦੇ ਨਸ਼ਾ ਵੇਚ ਰਹੇ, ਚਿੱਟਾ ਲਾ ਰਹੇ ਮੁੰਡੇ, ਟੀਕੇ ਲਾ ਰਹੇ, ਭੰਗ ਤਾਂ ਆਮ ਪੀਂਦੇ ਤੇ ਲੋਕ ਨਸ਼ਾ ਲੱਗ ਕੇ ਜ਼ਿਆਦਾ ਕਰਨ। ਡੋਜ਼ ਅਸੀਂ ਨਸ਼ਾ ਖਤਮ ਹੀ ਕਰਤਾ, ਜਮਾਂ ਹੀ ਖਤਮ ਕਿੱਥੇ ਕਰਤਾ ਹੋ ਗਿਆ? ਸਰਕਾਰਾਂ ਕਹਿੰਦੀ। ਦਿਖਾਓ, ਮੈਨੂੰ ਦਿਖਾਓ। ਜੇ ਤੁਸੀਂ ਬੜੇ ਬੰਦੇ ਦਾ ਨਾਮ ਲੈਤੇ ਆ ਨਸ਼ਾ ਕਰ ਰਿਹਾ, ਛੋਟਾ ਬੰਦਾ ਖਤਮ, ਉਹਦੇ ਪਰਿਵਾਰ ਨੂੰ ਡਰਾਉਂਗੇ। ਕਿਉਂ ਡਰਾਉਂਗੇ? ਉਹ ਛੋਟਾ ਏ, ਬੜੇ ਨੂੰ ਕੋਈ ਹੱਥ ਨਹੀਂ ਪਾਉਂਦਾ। ਹੈ ਇਸ ਗੱਲ ਦਾ ਜਵਾਬ ਜੀ? ਆਪਾਂ ਨੂੰ ਸਰਕਾਰ ਉਹ ਚਾਹੀਦੀ ਹੈ, ਪਿੰਡ ਦੇ ਸਰਪੰਚ ਉਹ ਚਾਹੀਦਾ ਏ ਜਿਹੜਾ ਵਿਕਾਸ ਕਰੇ, ਨਸ਼ੇ ਨੂੰ ਰੋਕੇ। ਜਿਹੜੇ ਦੋ ਕਲੀ ਗੱਲ ਕਰਦੇ ਉਹ ਸਰਕਾਰ ਨਹੀਂ ਹੋਣੀ ਚਾਹੀਦੀ ਜੀ। ਠੀਕ ਹੈ ਜੀ। ਸਭ ਤੋਂ ਵੱਡੀ ਗੱਲ, ਗੋਹੇ ਦੇ ਢੇਰ ਲੱਗੇ ਤੁਹਾਡੇ ਸਾਹਮਣੇ ਜੀ, ਕਰੋ ਕੈਮਰਾ, ਕਰਾਓ ਜੀ। ਕਹਿੰਦੇ ਅਸੀਂ ਵਿਕਾਸ ਕਰੇ, ਕਿੱਥੇ ਵਿਕਾਸ? ਮੋਦੀ ਕਹਿੰਦੇ ਮੋਦੀ ਨੇ ਬਹੁਤ ਕੁਝ ਕਰਤਾ, ਕਿਆ ਕਰਿਆ ਉਹਨੇ? ਦੇਸ਼ ਲੁੱਟ ਕੇ ਖਾ ਲਿਆ। ਕਿਹੜੇ ਨੂੰ ਨੌਕਰੀ ਮਿਲ ਗਈ? ਘਰ ਘਰ ਵਾਅਦੇ ਕਰੇ ਹੈ ਜੀ ਕਿਸੇ ਕੋਲ? ਇਹ ਸਾਰੇ ਪੜ੍ਹੇ ਲਿਖੇ ਖੜੇ ਆ ਜੀ, ਹੈ ਜੀ। ਫੈਕਟਰੀਆਂ ਖੋਲੀ, ਕੀ ਕਹੋਗੇ? 12 ਘੰਟੇ ਲਾਉਂਦੇ ਫੈਕਟਰੀਆਂ ਵਿੱਚ ਸਾਤੇ, ਸਾਨੂੰ 7-7000 ਰੁਪਏ ਦਿੰਦੇ ਜੀ, ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ ਉਹਦੇ ਨਾਲ। ਉਹਨੂੰ ਵਾਦਾ ਤਾਂ ਉਦੋਂ ਇਹ ਕੀਤਾ ਗਿਆ ਹੋਣਾ ਵੀ ਸਾਰਿਆਂ ਨੂੰ ਨੌਕਰੀਆਂ ਦਿੱਤੀ ਜਾਣਗੀਆਂ ਘਰ ਘਰ ਨੂੰ। ਮੇਰੀ ਨੌਕਰੀ ਜੀ ਦੱਸੋ? BA ਕਰੀ ਵੀ ਕਿਸੇ ਨੇ BCom ਕਰੀ ਵੀ, ਪੜ੍ਹੇ ਲਿਖੇ ਮੁੰਡੇ ਵਿਹਲੇ ਘੁੰਮ ਰਹੇ ਜੀ। ਰੋਜ਼ਗਾਰ ਸਭ ਤੋਂ ਜ਼ਰੂਰੀ ਹੈ, ਤਾਂ ਹੀ ਜੇ ਰੋਜ਼ਗਾਰ ਹੈਗਾ ਤਾਂ, ਜੇ ਰੋਜ਼ਗਾਰ ਨਹੀਂ ਮਿਲਦਾ ਤੇ ਯੂਥ ਆ ਨਸ਼ੇ ਵਾਲੇ ਪਾਸੇ ਭੱਜਦਾ। ਹਾਂਜੀ ਹਾਂਜੀ, ਕਹਿੰਦੇ ਅਸੀਂ ਬੜੇ ਬੜੇ ਪ੍ਰੋਜੈਕਟ ਲਿਆਉਂਗੇ। ਕਿਹੜਾ ਪ੍ਰੋਜੈਕਟ ਆ ਗਿਆ ਜੀ ਪੰਜਾਬ 'ਚ? ਪੰਜਾਬ ਨੂੰ ਲੁੱਟ ਕੇ ਖਾ ਲਿਆ। ਕਹਿੰਦੇ ਸੋਨੇ ਦੀ ਚਿੜੀ ਹੈ। ਕਿਹੜੀ ਸੋਨੇ ਦੀ ਚਿੜੀ ਰਹਿ ਗਈ ਜੀ? ਨਸ਼ਾ ਕਰ ਰਹੇ ਮੁੰਡੇ, ਚੰਗੇ ਚੰਗੇ ਮਰ ਰਹੇ ਚਿੱਟੇ ਲਾ ਕੇ ਜੀ। ਜ਼ਮੀਨਾਂ ਰਿਕਵਾਇਰ ਕਰਤੀਆਂ, ਕਹਿੰਦੇ ਖੇਤੀ ਕਰੋ। ਕਿੱਥੇ ਕਰੋਗੇ ਖੇਤੀ ਜਦੋਂ ਜ਼ਮੀਨ ਨਹੀਂ ਰਹੀ? ਬੜੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ। ਪਾਣੀ ਦਾ ਹੱਲ ਨਹੀਂ ਹੁੰਦਾ ਪਿੰਡ 'ਚ, ਸਰਪੰਚ ਕੋਲੋਂ ਉਹਨੂੰ ਦੇਤੇ ਸਰਪੰਚ ਨੂੰ, ਇਹ ਪਾਣੀ ਦੀ ਟੈਂਕੀ ਦਾ ਮਸਲਾ, ਪਾਣੀ ਦਾ ਪਿੰਡ ਦਾ ਤੂੰ ਹੱਲ ਕਰਨਾ। ਉਹ ਕਿੱਥੇ ਕਰ ਰਿਹਾ ਕਾ ਹੱਲ? ਦਿਖਾਓ। ਹੋ ਰਿਹਾ ਜੀ ਹੱਲ? ਹੋ ਹੀ ਨਹੀਂ ਰਿਹਾ। ਉਹ ਦੂਜਾ ਬੰਦਾ ਕਹਿੰਦਾ ਨਾ ਜੀ ਇੱਥੇ ਬਾਲ ਨਹੀਂ ਲੱਗੇਗਾ। 4 ਬੰਦੇ ਇਕੱਠੇ ਹੋ ਗਏ, ਕਹਿੰਦੇ ਜੀ ਇੱਥੇ ਨਹੀਂ ਲੱਗੇਗਾ। 10 ਘਰ ਇੱਕ ਪਾਸੇ, 90 ਘਰ ਇੱਕ ਪਾਸੇ। ਜੇ ਬੰਦੇ 'ਚ ਦਮ ਹੈ ਤਾਂ ਉਹ ਲਵਾ ਦੂੰਗਾ। ਠੀਕ ਹੈ ਜੀ। ਬਾਕੀ ਗੱਲ ਹੈ, ਪਾਣੀ ਦੀ ਸਮੱਸਿਆ ਹੱਲ ਹੋਣੀ ਚਾਹੀਦੀ, ਨਸ਼ਾ ਖਤਮ ਹੋਣਾ ਚਾਹੀਦਾ। ਸਕੂਲ ਹੈ, ਕਈ ਪਿੰਡਾਂ 'ਚ ਸਕੂਲਾਂ 'ਚ ਕੋਈ ਟੀਚਰ ਹੀ ਨਹੀਂ, ਇੱਕ ਟੀਚਰ ਹੈ, ਉਹ ਪੰਜ ਕਲਾਸਾਂ ਪੜ੍ਹਾ ਦੂੰਗਾ ਜੀ। ਕਹਿੰਦੇ ਜੀ ਵਧੀਆ ਅਸੀਂ ਸਕੂਲ ਬਣਾਤੇ, ਚੰਗੀ ਗੱਲ ਹੈ, ਪਰ ਉੱਥੇ ਟੀਚਰ ਵੀ ਹੋਣਾ ਚਾਹੀਦਾ ਜੀ। ਟੀਚਰ ਨਹੀਂ ਹੈ ਸਕੂਲ, ਬੱਚੇ ਕਿੱਥੇ ਪੜਨਗੇ? ਇਹ ਕਹਿੰਦੇ ਕਰੋਨਾ ਜੀ, ਕਰੋਨਾ ਆਪ ਰੈਲੀਆਂ ਕਰਦੇ 300 ਬੰਦੇ ਦੀ। ਤੁਸੀਂ ਕਹਿੰਦੇ ਮੈਰਿਜ ਵਿੱਚ 100 ਬੰਦਾ ਹੋਣਾ ਚਾਹੀਦਾ। ਇਹ ਕਿੱਥੇ ਦਾ ਕਾਨੂੰਨ ਹੈ ਸਰਕਾਰ ਦਾ? ਹੈ ਜੀ? ਦੱਸੋ। ਸਵਾਲਾਂ ਦਾ ਜਵਾਬ ਹੋਣਾ ਚਾਹੀਦਾ। ਇਹ ਸਵਾਲ ਜਿਹੜੇ ਨੇ ਇਹ ਤੁਸੀਂ ਉਹਨਾਂ ਕੋਲੋਂ ਪੁੱਛੋਗੇ ਜਿਹੜੇ ਕੈਂਡੀਡੇਟ ਇੱਥੇ ਆ ਕੇ ਤੁਹਾਡੇ ਲਈ ਐਲਾਨ ਕਰਦੇ ਆ। ਦੇਖੋ ਜੀ, ਐਲਾਨ ਕਰਦੇ ਆ, ਹੁਣ ਤਾਂ ਕੈਂਡੀਡੇਟ ਵੀ ਨਹੀਂ ਆ ਰਹੇ ਪਿੰਡਾਂ 'ਚ। ਉਹ ਸਿਰਫ ਮੀਡੀਆ ਰਾਹੀਂ ਦੱਸ ਰਹੇ ਜੀ ਆਪਣੀਆਂ ਸਮੱਸਿਆ, ਸਾਨੂੰ ਵੋਟ ਪਾਓ, ਸਾਨੂੰ ਅਸੀਂ ਇਹ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਵਾਅਦੇ ਕਰ ਲੈਂਦੇ। 5 ਸਾਲ ਹੋ ਗਏ, ਚਲੋ ਬਈ 73 ਕੰਮ ਹੋ ਗਿਆ ਜੀ। 5 ਸਾਲ ਤੱਕ ਸ਼ਕਲ ਨਹੀਂ ਦਿਖਾਉਣੀ, ਉਸ ਤੋਂ ਬਾਅਦ ਜਿੱਤਣ ਤੋਂ ਦਿਖਾਉਣੀ ਨਹੀਂ ਜੀ। ਜੇ ਦਿਖਾ ਵੀ ਦੇਈ, ਜਿਹੜਾ ਪਿੰਡ ਦਾ ਮੋਹਰੀ ਬੰਦਾ ਏ ਉਹ ਆਪਣੇ ਕੰਮ ਕਰਾ ਲੈਂਦਾ, ਛੋਟਾ ਰਹਿ ਜਾਂਦਾ। ਇਹ ਗੱਲ ਦਾ ਸਭ ਨੂੰ ਪਤਾ ਜੀ। ਬਾਕੀ ਯੂਨੀਕ ਵਿਕਾਸ, ਪੂਰਾ ਵਿਕਾਸ ਹੋਣਾ ਚਾਹੀਦਾ ਲੋਕਾਂ ਦੇ ਵਿੱਚ। ਜੇ ਕਰਨਾ ਕਿਸੇ ਘਰ ਦਾ ਜਾਂ ਕੁੱਦੇ, ਉਹ ਤੇਰ ਮੇਰ ਨਹੀਂ ਹੋਣੀ ਚਾਹੀਦੀ, ਪੱਖਪਾਤ ਨਹੀਂ ਹੋਣਾ ਚਾਹੀਦਾ। ਪੱਖਪਾਤ ਨਹੀਂ ਹੋਣਾ ਚਾਹੀਦਾ, ਕਲੀਅਰ ਹੋਣਾ ਚਾਹੀਦਾ। ਜਿਹੜਾ ਸਰਪੰਚ ਵੀ ਹੈ, ਦੋ ਕਲੀ ਗੱਲ ਨਹੀਂ ਮਾਰਨੀ ਚਾਹੀਦੀ, ਉਹਨੂੰ ਸਪਸ਼ਟ ਗੱਲ ਕਰਨੀ ਚਾਹੀਦੀ ਵੀ ਇਹ ਗੱਲ ਸਹੀ ਹੈ ਤਾਂ ਸਹੀ ਹੈ। ਜੇ ਗਲਤ ਉਹਦਾ ਭਰਾ ਹੈ ਤਾਂ ਉਹਨੂੰ ਗਲਤ ਹੀ ਕਹਿਣਾ। ਇਹ ਨਾ ਕਹੋ ਮੇਰੀ ਮਾਂ ਦੇ ਨਾਲ, ਮੇਰੀ ਮਾਂ ਦੇ ਪੇਟ ਤੇ ਜੰਮਿਆ, ਮੈਂ ਵੀ ਇਸੀ ਤੋਂ ਜੰਮਿਆ। ਉਹਨੂੰ ਕਲੀਅਰ ਗੱਲ ਕਰਨੀ ਚਾਹੀਦੀ ਜੀ। ਕਲੀਅਰ ਗੱਲ। ਹਾਂਜੀ ਹਾਂ, ਦੋ ਕਲੀ ਗੱਲ ਦਾ ਕੀ ਫਾਇਦਾ? ਸਰਪੰਚ ਬਣ ਕੇ ਵੋਟਾਂ ਲੈ ਲਈਆਂ, ਗੋਡਿਆਂ ਨੂੰ ਹੱਥ ਲਾਈ, ਦਿਓ ਵੋਟ, ਦਿਓ ਜੀ ਵੋਟ। ਉਹਦੇ ਬਾਅਦ ਤੁਸੀਂ ਕੀ ਕਹੋਗੇ? ਬਸ ਅਸੀਂ ਪਿੰਡ ਦਾ ਕਿਵੇਂ ਜਿਹਾ ਮਾਹੌਲ ਹੈ? ਬਹੁਤ ਤੁਹਾਡੇ ਸਾਹਮਣੇ ਹੀ। ਪਹਿਲੀ ਗੱਲ ਸਾਡੇ ਤਾਂ ਪਿੰਡ ਦੇ ਪਾਣੀ ਦਾ ਹੀ ਉਹ ਹੈਗਾ ਜੀ, ਨਿਕਾਸੀ ਨਹੀਂ ਹੈ। ਨਿਕਾਸ ਮੇਰੇ 2.5 ਕਿੱਲੇ ਸਾਡੇ ਨਾਲ ਲਾਦੇ ਜੀ, 2 ਕਿੱਲੇ ਕਣਕ ਦੇ, ਅੱਧਾ ਵੀਘਾ ਮੇਰੇ ਕੋਲ ਬਰਸੀਨ ਦਾ, ਬਾਕੀ ਸਾਡਾ ਖੇਤ ਰੁੱਧਿਆ ਵਾ। 3 ਕਿੱਲੇ 'ਚ ਪਾਣੀ ਖੜਾ ਇਸ ਟਾਈਮ ਵੀ। ਮੈਨੂੰ ਹੁਣ ਤੱਕ ਇੱਕ ਪੰਡ ਤੱਕ ਬਰਸੀਨ ਦੀ ਵੱਢੀ ਨਹੀਂ ਮੈਂ ਆਹ ਸੀਜ਼ਨ 'ਚ। ਪਾਣੀ ਖੜਾ, ਹੁਣ ਤਾਂ ਵੀ ਉੱਥੇ ਪਾਣੀ ਖੜਾ ਭਰਿਆ ਵਾ ਬਹੁਤ। ਇਹਨੇ ਮਹੀਨਾ ਲੰਘ ਗਿਆ, ਇੱਕ ਲਿਖ ਮਹੀਨਾ ਹੋਰ ਅਗਲਾ ਪੱਕਾ ਹੀ। ਆਪਾਂ 28 ਤਰੀਕ ਫੇਰ ਮੀਂਹ ਦੱਸਿਆ ਵਾ, ਫੇਰ ਪੈ ਗਿਆ, ਫੇਰ ਭਰ ਜਾਣਾ ਮੀਂਹ, ਫੇਰ ਖਤਮ ਹੈ। ਸਾਡੇ ਨਹੀਂ ਕਿ 3 ਕਿੱਲੇ ਰੁੱਧੇ ਮੈਂ, 3-4 ਕਿੱਲੇ ਜਮੀ ਖਤਮ ਹੈ। ਜਿਹੜੀ ਹੈ ਵੀ ਖੇਤੀ ਫਸਲ ਖਤਮ ਹੈ। ਕਰੂੰਗਾ ਕਿ ਨਹੀਂ, ਤੁਸੀਂ ਇਹ ਡਿਮਾਂਡ ਰੱਖਦੇ ਨਹੀਂ ਪਹਿਲਾਂ? ਰੱਖਦੇ ਆ, ਸੁਣਦੇ ਹੀ ਨਹੀਂ ਕੋਈ ਸੁਣਵਾਈ। ਆ ਕੇ ਮੁੜ ਜਾਂਦੇ ਨੇ, ਬਸ ਕਹਿੰਦੇ ਨੇ ਵੀ ਹਾਂ ਪੱਕਾ ਕਰਾਂਗੇ ਕੰਮ ਤੁਹਾਡੇ। ਸਾਡੇ ਤਾਂ ਟੋਭੇ ਨਹੀਂ ਸਾਫ਼ ਹੁੰਦੇ, ਨਾ ਛੱਪੜੀ ਪਾਣੀ ਟੋਭਾ ਭਰਿਆ ਖੜਾ ਪਿੰਡ ਵਾਲਾ ਵਿੱਚ ਵਾਲੇ ਨਿਕਾਸ, ਉਹਦਾ ਨਹੀਂ ਪਾਣੀ ਨਿਕਲ ਰਿਹਾ ਜੀ। ਉਹਦਾ ਲੰਘਣ ਨੂੰ ਔਖਾ ਹੋਇਆ ਵਾ, ਬਿਮਾਰੀ ਫੈਲਣ ਦਾ ਡਰ ਹੋਇਆ ਵਾ ਜੀ। ਪਿੰਡਾਂ ਦਾ ਜਿਹੜਾ ਇੱਕ ਪਿਕਚਰ ਦਿਖਾਉਂਦੇ ਆ ਵੀ ਆਹ ਪਿਕਚਰ ਹੈ ਜੀ, ਆਹ ਪਿੰਡ ਜਿਹੜਾ ਉੱਪਰੋਂ ਹੈਲੀ ਸ਼ਾਟ ਲੈਂਦੇ ਨੇ ਜਿਹਨੂੰ, ਉਸ ਤੋਂ ਦਿਖਾ ਦਿੰਦੇ ਆਹ ਪਿੰਡ ਦਾ ਇੰਨਾ ਵਿਕਾਸ ਹੋਇਆ, ਪਰ ਅੰਦਰ ਜਦੋਂ ਗਲੀਆਂ 'ਚ ਵੜੋ ਤਾਂ ਪਤਾ ਲੱਗਦਾ ਵੀ ਵਿਕਾਸ ਅੰਦਰ ਖੋਖਲਾ ਜਮੇ ਆ ਜੀ। ਹਾਂਜੀ, ਤੁਸੀਂ ਕੀ ਕਹੋਗੇ, ਕਿਵੇਂ ਜਿਹਾ ਕੈਂਡੀਡੇਟ ਹੋਣਾ ਚਾਹੀਦਾ? ਬਸ ਜਿੱਦਾਂ ਮਰਜ਼ੀ ਹੋਵੇ ਵਧੀਆ ਹੀ ਕੰਮਕਾਰ ਕਰਨੇ ਵਾਲਾ ਜੀ। ਕੰਮਕਾਰ ਕਰਨ ਵਾਲਾ। ਲਾਸਟ ਕਮੈਂਟ ਲਵਾਂਗਾ ਬਾਈ ਜੀ, ਕਿਉਂਕਿ ਤੁਸੀਂ ਬਹੁਤ ਵਧੀਆ ਬੋਲਦੇ ਹੋ। ਤੇ
ਹੁਣ ਜਦੋਂ ਲੀਡਰ ਆਉਣਗੇ ਵੱਖ-ਵੱਖ ਪਾਰਟੀਆਂ ਦੇ, ਤੁਸੀਂ ਕਹਿ ਰਹੇ ਹੋ ਜਿਵੇਂ ਆਏ ਵੀ ਹੋਣੇ ਤੇ ਆਉਣਗੇ ਵੀ, ਲਗਾਤਾਰ ਇਹ ਜਿਹੜਾ ਪ੍ਰੋਸੀਜਰ ਹੈ ਚੱਲੂਗਾ। ਹਾਂਜੀ ਹੁਣ ਕੀ ਸੋਚਦੇ ਹੋ, ਹੁਣ ਕੀ ਦਿਮਾਗ ਦੇ ਵਿੱਚ ਕੀ ਚੱਲਦਾ ਪਿਆ? ਕਿਉਂਕਿ ਇਹ ਤੁਸੀਂ ਪਹਿਲੀ ਵਾਰੀ ਤਾਂ ਮੈਨੂੰ ਲੱਗਦਾ ਵੋਟ ਪਾ ਨਹੀਂ ਰਹੇ ਹੋਣਗੇ, ਪਹਿਲੀ ਵਾਰੀ ਤਾਂ ਇਲੈਕਸ਼ਨ ਦੇਖੇ ਨਹੀਂ ਹੋਣੇ, ਹੁਣ ਕੀ ਚੱਲਦਾ ਪਿਆ ਦਿਮਾਗ ਇਹ ਕਹਿ ਰਿਹਾ ਜੀ ਬਈ ਬੰਦਾ ਹੋਣਾ ਚਾਹੀਦਾ ਅਨੇਕ, ਜਿਹੜਾ ਕੰਮ ਕਰੇ। ਇਹ ਤਾਂ ਵਾਅਦੇ ਤਾਂ ਸਾਰੇ ਹੀ ਕਰਦੇ ਜੀ। ਹੁਣ ਕੋਈ ਕਹਿੰਦਾ ਭਗਵੰਤ ਮਾਨ ਵਧੀਆ ਕਰੂੰਗਾ ਜੀ, ਆਪਾਂ ਕਿਹੜਾ ਉਹਦੀ ਗਾਰੰਟੀ ਲੈ ਲਈ ਜੀ? ਨਾ ਉਹਨਾਂ ਗਾਰੰਟੀ ਦੇਤੀ, ਸਾਰੇ ਐਲਾਨ ਕਰ ਰਹੇ। ਇਹ ਤਾਂ ਜਦੋਂ ਕਰੂਗਾ ਉਦੋਂ ਪਤਾ ਲੱਗੂ। ਇਹ ਤਾਂ ਐਲਾਨ ਤਾਂ ਸਾਰੇ ਕਰ ਰਹੇ ਜੀ। ਅਸੀਂ ਇਹ ਨਹੀਂ ਕਹਿ ਰਹੇ ਕਾਲੀ ਆ ਜਾਵੇ ਜਾਂ ਕਾਂਗਰਸ ਆ ਜਾਵੇ ਜਿਹੜਾ ਮਰਜੀ, ਇਮਾਨਦਾਰ ਬੰਦਾ ਚਾਹੀਦਾ, ਕੰਮ ਕਰਨ ਵਾਲਾ ਬੰਦਾ ਚਾਹੀਦਾ। ਇਹ ਨਹੀਂ ਹੈ ਵੀ ਵਾਅਦੇ ਕਰ ਲਏ 5 ਸਾਲ ਵਾਸਤੇ ਜਨਤਾ ਨੂੰ ਗੁੰਮਰਾਹ ਕਰੋ। ਤੁਸੀਂ ਖੁਦ ਪ੍ਰੈਸ ਰਿਪੋਰਟਰ ਹੈ, ਤੁਸੀਂ ਵੀ ਇਮਾਨਦਾਰੀ ਤੇ ਵੋਟ ਪਾਇਓ ਜੀ, ਉਹਨੂੰ ਪਾਇਓ ਜਿਹੜਾ ਤੁਹਾਡੇ ਮਨ ਨੂੰ ਛੂੰਹਦਾ। ਦੋ ਕੱਲੀ ਗੱਲ ਨਾ ਰੱਖਿਓ। ਕਈ ਵਾਰੀ ਬੋਤਲਾਂ ਆ ਰਹੀਆਂ ਪਿੰਡਾਂ 'ਚ, ਗੱਡੀਆਂ ਉਤਰ ਰਹੀਆਂ, ਕਿਸੇ ਨੂੰ ਪੈਸਾ ਦੇ ਰਹੇ, ਕਈ ਤੀਵੀਆਂ ਨੂੰ ਕੁਝ ਨਹੀਂ ਦੇਣਾ, ਲੇਡੀਜ਼ ਨੂੰ ਉਹਨੇ ਕੁਝ ਨਹੀਂ ਦੇਣਾ। ਦਾਰੂ ਪੀਤੀ ਉਹ ਵਿਕਣ ਵਾਲੇ ਹੁੰਦੇ ਨੇ, ਉਹ ਸ਼ਕਲ ਤੋਂ ਹੀ ਪਤਾ ਲੱਗ ਜਾਂਦੇ ਵੀ ਕੌਣ ਕਿੱਥੋਂ ਦੀ ਗੱਲ ਕਰਦਾ। ਦੇਖੋ ਜੀ ਸਭ ਵਿਕ ਜਾਂਦੇ, ਪੈਸਾ ਹੀ ਜੀ ਚੀਜ਼ ਹੈ ਨਾ। ਕੋਈ 100 ਮਾ ਤੇ 10% ਬੰਦੇ ਆ ਜਿਹੜੇ ਨਹੀਂ ਵਿਕੂਗੇ। ਉਹ ਕਹਿੰਦੇ ਇਹ ਸਟੈਂਡ ਹੈ ਸਾਡਾ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਇਹਨੂੰ ਵੋਟ ਪਾਉਣੀ ਹੈ, ਹੱਕ 'ਚ ਅਸੀਂ 'ਚ ਰਹੋਗੇ। ਪੈਸਾ ਦਾ ਇਹ ਤੁਹਾਡਾ ਨਿੱਜੀ ਇਹ ਤੁਹਾਡਾ ਅਧਿਕਾਰ ਹੈ, ਇਹ ਤੁਸੀਂ ਕਿਸੇ ਨੂੰ ਵੀ ਫੋਰਸ ਨਹੀਂ ਕਰ ਸਕਦੇ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਜਾਂ ਕਿਹਨੂੰ ਕਿਸੂ। ਹਾਂ ਨਹੀਂ ਇਹ ਜੇ ਤੁਹਾਡੇ ਘਰ ਦੇ ਵਿੱਚ ਵੀ ਤਾਂ ਮੈਨੂੰ ਲੱਗਦਾ ਤੁਹਾਡੇ ਬਜ਼ੁਰਗਾਂ ਦੀ ਜਾਂ ਤੁਹਾਡੇ ਆਪਸ ਦੇ ਵਿੱਚ ਹੋ ਸਕਦਾ ਉਹ ਕਿਸੇ ਹੋਰ ਨੂੰ ਵੋਟ ਪਾ ਦੇਣ। ਹੋਰ ਸਟੈਂਡ ਹੁੰਦਾ ਬੱਚੇ ਜੇ ਕਹੋਗੇ ਮਾਂ-ਬਾਪ ਨੂੰ ਇਹ ਕੰਮ ਹੋਣਾ ਚਾਹੀਦਾ, ਇਹ ਵਿਕਾਸ ਕਰੂੰਗਾ, ਮਾਂ-ਬਾਪ ਬੱਚੇ ਦੀ ਜ਼ਰੂਰ ਸੁਣੂਗੇ। ਇਹ ਨਹੀਂ ਹੈ ਵੀ ਬੱਚੇ ਦੂਜੇ ਪਾਸੇ ਭੱਜ ਰਹੇ। ਅੱਜ ਕੱਲ ਸੁਣਦੇ ਪਏ ਨੇ, ਸੁਣਦੇ ਆ ਜੀ, ਜਿਹੜੇ ਚੰਗੇ ਆ ਜੀ ਉਹਨਾਂ ਸੁਣਨਾ ਹੈ। ਉਹਨੂੰ ਪਤਾ ਸਾਡੇ ਮਾਂ-ਬਾਪ ਵੀ ਸਹੀ, ਉਹ ਸਮਝਾਉਂਗੇ ਇਹ ਗਲਤ ਪਾਰਟੀ ਤੁਸੀਂ ਬੇਟਾ ਇਹਨੂੰ ਨਹੀਂ ਵੋਟ ਪਾਉਣੀ। ਹੁਣ ਵੈਸੇ ਜਿੰਨਾ ਕ ਮੈਨੂੰ ਜਾਣਕਾਰੀ ਹੈਗੀ ਆ, ਵੋਟਰ ਜਿਹੜਾ ਖਾਸ ਤੌਰ ਤੇ ਲੋਕ ਨੇ ਉਹ ਜਾਗਰੂਕ ਹੋ ਗਏ ਨੇ। ਹੁਣ ਉਹ ਟ੍ਰੈਂਡ ਨਹੀਂ ਰਿਹਾ ਜਿਹੜਾ ਬਹੁਤ ਦੇਰ ਪਹਿਲਾਂ ਕਦੀ ਹੁੰਦਾ ਸੀ ਵੀ ਬੋਤਲ ਲੈ ਕੇ ਵੋਟ ਵੇਚਦੇ ਨਹੀਂ, ਪੈਸੇ ਲੈ ਕੇ ਵੋਟ ਵੇਚਦੇ ਨਹੀਂ। ਹੁਣ ਤੁਹਾਨੂੰ ਲੱਗਦਾ ਵੀ ਹੁਣ ਐਵੇਂ ਜਿਹਾ ਸਿਸਟਮ ਹੈਗਾ? ਕਈ ਦਾਰੂ ਪੀ ਕੇ ਕਹਿੰਦੇ ਨਹੀਂ ਇਹਨੂੰ ਨਹੀਂ ਪਾਉਣੀ, ਸਾਲੀ ਦੀ ਦਾਰੂ ਵੀ ਪੀ ਲੈਣੀ, ਉਹ ਗਲਤ ਹੈ। ਫਿਰ ਆਪਣਾ ਸਟੈਂਡ ਰੱਖੋ, ਦਾਰੂ ਨਹੀਂ ਪੀਣੀ, ਇਮਾਨਦਾਰੀ ਨਾਲ ਵੋਟ ਪਾਓ। ਆਪਾਂ ਇਮਾਨਦਾਰੀ ਨਾਲ ਉਹਨੂੰ ਗਲ ਤੋਂ ਫੜ ਕੇ ਕੰਮ ਲੈ ਸਕਦੇ, ਐਦਾਂ ਦਾ ਕੰਮ ਕਰੋ। ਇਹ ਨਹੀਂ ਹੈ ਆਪਣਾ ਗਿਰਜੋ ਜ਼ਮੀਰ ਤੋਂ ਪੈਸਾ ਏ, ਉਹਨੂੰ ਕਹੋ ਸਾਡੇ ਵਾਸਤੇ ਫੈਕਟਰੀਆਂ ਲਾਓ, ਪ੍ਰੋਜੈਕਟ ਲਿਆਓ, ਰੋਜ਼ਗਾਰ ਪੈਦਾ ਕਰੋ। ਆਪਾਂ ਫੋਰਨ ਕੰਟਰੀਆਂ ਤੋਂ, ਚਾਈਨਾ ਤੋਂ ਮਾਲ ਆਂਦਾ, ਕਿਉਂ ਨਾ ਉਰੇ ਆਪਾਂ ਡਾਈਆਂ ਲਾ ਦਈਏ, ਫੈਕਟਰੀਆਂ ਬਣਾ ਦਈਏ, ਘਰ ਰੋਜ਼ਗਾਰ ਦੇ ਦਈਏ। ਇਹ ਗੱਲ ਤਾਂ ਜ਼ਰੂਰ ਹੈ ਕਿ ਆਈਡੀਆ ਯੂਥ ਕੋਲੋਂ ਬਹੁਤ ਹੈ ਵੀ ਕਿਸ ਤਰੀਕੇ ਦੇ ਨਾਲ ਰੋਜ਼ਗਾਰ ਪੈਦਾ ਹੋ ਸਕਦੇ ਨੇ, ਰੋਜ਼ਗਾਰ ਲਿਆਏ ਜਾ ਸਕਦੇ ਨੇ। ਪਰ ਇਹਨਾਂ ਦੀ ਸੁਣਵਾਈ ਹੋਵੇ ਤਾਂ ਹੀ ਰੋਜ਼ਗਾਰ ਪੈਦਾ ਹੋਣਗੇ, ਸਰਕਾਰਾਂ ਸੁਣਨ ਤਾਂ ਹੀ ਰੋਜ਼ਗਾਰ ਪੈਦਾ ਹੋਣਗੇ। ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਤਾਂ ਸੱਚੀ ਹੈ ਜੀ ਤੁਹਾਡੀ ਵੀ ਗੱਲ। ਹਾਂਜੀ 100% ਸਹੀ ਹੈ ਜੀ। ਸੋ ਤੁਸੀਂ ਦੇਖਿਆ ਨਿਹੌਲਕਾ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ। ਹਾਲਾਂਕਿ ਇੱਥੇ ਲੀਡਰ ਆ ਵੀ ਰਹੇ ਨੇ ਤੇ ਆਉਣਗੇ ਵੀ, ਤੇ ਆਪਣੀ ਪਾਲਿਸੀਆਂ, ਆਪਣੀਆਂ ਗੱਲਾਂ, ਆਪਣੇ ਐਲਾਨ ਉਸੇ ਤਰ੍ਹਾਂ ਕਰਦੇ ਹੋਏ ਨਜ਼ਰ ਆਉਣਗੇ ਜਿਹੜੇ ਪਹਿਲਾਂ ਉਹ ਕਰਦੇ ਆਏ ਨੇ। ਪਰ ਵਿਕਾਸ ਕੀ ਹੋਇਆ, ਗਰਾਊਂਡ ਰਿਐਲਿਟੀ ਕੀ ਹੈ, ਬਜ਼ੁਰਗਾਂ ਦਾ ਕੀ ਕਹਿਣਾ ਹੈ ਤੇ ਬਲੱਡ ਦਾ, ਖਾਸ ਤੌਰ ਤੇ ਨਵੀਂ ਜਨਰੇਸ਼ਨ ਹੈ, ਉਹਨਾਂ ਦਾ ਕੀ ਕਹਿਣਾ ਹੈ। ਇੱਕ ਬਦਲਾਅ, ਇਹਨਾਂ ਦਾ ਕਹਿਣਾ ਹੈ ਕਿ ਇੱਕ ਬਦਲਾਅ ਜ਼ਰੂਰੀ ਹੈ। ਹੁਣ ਇਹ ਬਦਲਾਅ ਕਿਵੇਂ ਜਿਹਾ ਹੋਊਗਾ, ਕਿਸ ਤਰ੍ਹਾਂ ਦਾ ਹੋਊਗਾ, ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਫਿਲਹਾਲ ਇਸ ਵਾਰ ਅਸੀਂ ਨਿਹੌਲਕਾ ਪਿੰਡ ਦੇ ਵਿੱਚ ਦਿਖਾਇਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਚੁਣਾਵੀ ਮਾਹੌਲ ਹੈ ਉਹ ਭਖਿਆ ਹੋਇਆ ਹੈ ਤੇ ਲੋਕਾਂ ਦੀ ਇਸ ਵਾਰ ਕੀ ਸੋਚ ਹੈ ਤੇ ਕੀ ਕਹਿਣਾ ਹੈ। ਕੈਮਰਾਮੈਨ ਰਮੇਸ਼ ਦੇ ਨਾਲ ਪ੍ਰਹਲਾਦ ਸੰਗੇਲੀਆ, ਦਾ ਸਟੋਰੀ ਟੀਵੀ, ਖਰੜ।